ਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਾਰਾ ਪਾਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ जिस मह अमृत ज्ञान है मानक भगत वैराग श्री गुरु ग्रंथ साहिब उदद बंदों कार्य अनुराग श्री गुर शब्द कमाए जिन जीते पंच विकार तिन संतन को बंदना सिर चरणन पार तार एकंकारा सतगुरु तेह प्रसाद सच होए वाहेगुरु जी की फतेह है विघ्न विनाशन सोए वाहेगुरु जी की फतेह है विघ्न विनाशन सोए। सतनाम श्री वाहिगुरु जी। इति आदिक लिख कै हलकारे कुशक दरब दे आदर धारे खान पान आछे करवाए गुरु द्वेष को बहु समझाए। इत्यादिक लिख कै हलकारे। वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल शब्द गुरु चवर तखत छतर दे मालक दसां पातशाहियां दी जोत समरथ परतख हाजिर नाजर सतगुरु वालीए दो जहां हलत पलत दे रखियक धन 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 सतगुरु आद श्री गुरु ग्रंथ साहिब जी महाराज ऐसे दीन दयाल सतगुरु पातशाह जी दी अपरे अपार कृपा रहमत बख्शत दा सदका श्री दशमेश पिता जी श्री कलगीधर जी पंथ वाली अमृत दे दाते सतगुरु साहिब कमाल बादशाह दरवेश धन 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 सतगुरु श्री गुरु गोबिंद सिंह साहिब जी महाराज जी दे
ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਨ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਨੇ ਸਾਹਿਬਾਨ ਜੀ ਦੇ ਦਰਸ਼ਨ ਪਰਸਨ ਕਰਦਿਆਂ ਸਤਿਗੁਰੂ ਨੂੰ ਨਤਮਸਤਕ ਹੁੰਦਿਆਂ ਸਾਹਿਬਾਨ ਦੇ ਕੋਲ ਬੈਠ ਕੇ ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਪ੍ਰਾਪਤ ਕੀਤਾ ਹੈ। ਸਾਹਿਬਾਨ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਗੁਰੂ ਕੇ ਇਤਿਹਾਸ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਧੰਨ 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 ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਬੇਅੰਤ ਗੁਰਸਿੱਖ ਸੰਗਤਾਂ ਨੂੰ ਨਾਮ ਬਾਣੀ ਦੀਆਂ ਦਾਤਾਂ ਦੇ ਨਾਲ ਨਿਵਾਜਦੇ ਹੋਏ ਆਪਣੀ ਪਾਵਨ ਚਰਨ ਸ਼ਰਨ ਨੂੰ ਗੁਰਸੰਗਤ ਬਖਸ਼ਿਸ਼ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕਰਵਾ ਰਹੇ ਹਨ। ਦੂਸਰੇ ਪਾਸੇ ਉਹ ਲੋਕ ਹਨ ਜਿਨ੍ਹਾਂ ਨੂੰ ਜੀਵਨ ਦੇ ਮਨੋਰਥ ਦਾ, ਜੀਵਨ ਦੇ ਮਕਸਦ ਦਾ ਪੂਰਾ ਜਿੰਨਾ ਵੀ ਕੋਈ ਪਤਾ ਨਹੀਂ, ਕੋਈ ਸੋਝੀ ਨਹੀਂ, ਕੋਈ ਗਿਆਤ ਨਹੀਂ ਹੈ। ਉਹ ਭਾਵੇਂ ਗੁਰੂ ਘਰ ਵਿੱਚ ਜਨਮ ਲੈਣ ਵਾਲਾ ਪਿਰਥੀ ਚੰਦ ਹੋਵੇ, ਭਾਵੇਂ ਹੰਕਾਰ ਵਿੱਚ ਮੱਤਾ ਹੋਇਆ ਹੰਕਾਰ ਦੇ ਘੋੜੇ 'ਤੇ ਸਵਾਰ ਦੁਸ਼ਟ ਸੁਭਾਅ ਵਾਲਾ ਚੰਦੂ ਹੋਵੇ। ਹੁਣ ਦੋਵਾਂ ਜਾਣਿਆਂ ਨੇ ਪਰਸਪਰ ਮੇਲ ਮਿਲਾਪ ਕਰਨ ਦਾ ਵਿਚਾਰ ਕੀਤਾ ਹੈ। ਚੰਦੂ ਨੇ ਇੱਕ ਪੱਤਰਕਾਰ ਚਿੱਠੀ ਕੋਠੇ ਨਗਰ ਵਿੱਚ ਘੱਲੀ, ਪਿਰਥੀ ਚੰਦ ਨੂੰ ਡਰਾਵਾ ਦਿੰਦਿਆਂ ਧਮਕੀਆਂ ਦਿੱਤੀਆਂ ਹਨ ਕਿ ਆਪਣੇ ਭਰਾ ਗੁਰੂ ਅਰਜਨ ਦੇਵ ਨੂੰ ਕਹਿ ਕਿ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲੈ, ਨਹੀਂ ਤਾਂ ਜਿਹੜੀ ਜਗੀਰ ਤੈਨੂੰ ਦਿੱਤੀ ਏ ਮੈਂ ਖੋਹ ਲਵਾਂਗਾ। ਸੋ ਹਲਕਾਰੇ ਨੇ ਆ ਕੇ ਚਿੱਠੀ ਫੜਾਈ, ਪੜ੍ਹਾਈ ਨਾਲ ਕੁਛ ਜ਼ਬਾਨੀ ਕਲਾਮੀ ਵੀ ਬਹੁਤ ਕੁਛ ਆਖਿਆ, ਜਿਸ ਨੂੰ ਪੜ੍ਹ ਸੁਣ ਕਰਕੇ ਪਿਰਥੀ ਚੰਦ ਦੇ ਮਨ ਵਿੱਚ ਬੜਾ ਕਸ਼ਟ ਦੁੱਖ ਵੀ ਹੋਇਆ ਅਤੇ ਖੁਸ਼ੀ ਵੀ ਹੋਈ। ਕਸ਼ਟ ਇਸ ਗੱਲ ਦਾ ਹੋਇਆ ਕਿ ਜਿਸ ਨੂੰ ਉਹ ਆਪਣਾ ਵੈਰੀ ਸਮਝ ਕਰਕੇ, ਮੈਨੂੰ ਉਸ ਦਾ ਭਰਾ ਸਮਝ ਕਰਕੇ ਟਾਰਗੇਟ ਕਰ ਰਿਹਾ ਹੈ, ਮੈਨੂੰ ਧਮਕੀਆਂ ਦੇ ਰਿਹਾ ਹੈ, ਉਹ ਤਾਂ ਮੇਰਾ ਬੜਾ ਵੱਡਾ ਦੁਸ਼ਮਣ ਹੈ। ਮੇਰੇ ਕੋਲੋਂ ਘਾਟ ਰਹੀ ਹੈ ਕਿ ਮੈਂ ਚੰਦੂ ਨੂੰ ਆਪਣੇ ਭਰਾ ਦੇ ਸੰਬੰਧ ਵਿੱਚ ਆਪਣੇ ਬਾਰੇ ਸੱਚ ਨਹੀਂ ਦੱਸ ਸਕਿਆ ਕਿ ਮੈਂ ਤਾਂ ਉਸ ਦਾ ਵੈਰੀ ਬਣਿਆ ਬੈਠਾ ਹਾਂ। ਹਲਕਾਰੇ ਕੋਲੋਂ ਸਾਰੀਆਂ ਗੱਲਾਂ ਬਾਤਾਂ ਸੁਣ ਕੇ ਚਿੱਠੀ ਪੜ੍ਹ ਕੇ ਪਿਰਥੀ ਚੰਦ ਨੇ ਆਪਣੀ ਤਰਫੋਂ ਜਵਾਬ ਲਿਖਿਆ। ਚਿੱਠੀ ਦੇ ਵਿੱਚ ਆਪਣੇ ਵੱਲੋਂ ਸਫਾਈਆਂ ਦਿੱਤੀਆਂ ਔਰ ਹਰ ਤਰ੍ਹਾਂ ਨਾਲ ਆਪਣੇ ਵੱਲੋਂ ਮਦਦ ਦੀ, ਸਹਾਇਤਾ ਦੀ ਪੇਸ਼ਕਸ਼ ਕੀਤੀ ਕਿ ਜੇਕਰ ਤੂੰ ਮੇਰੇ ਭਰਾਤਾ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਹੈ ਜਾਂ ਸਰੀਰਕ ਤੌਰ 'ਤੇ ਖਤਮ ਕਰਨਾ ਚਾਹੁੰਦਾ ਹੈ ਤਾਂ ਮੈਂ ਹਰ ਤਰ੍ਹਾਂ ਨਾਲ ਤੇਰਾ ਸੰਯੋਗ ਕਰਾਂਗਾ। ਇਹ ਤਾਂ ਮੇਰਾ ਆਪਣਾ ਹੀ ਕਾਰਜ ਹੈ। ਸਵੇ ਚਿੱਠੀ ਲੈ ਕੇ ਹਲਕਾਰਾ ਜਿਹੜਾ ਹੈ ਦਿੱਲੀ ਜਾ ਪਹੁੰਚਾ ਹੈ। ਜਿਵੇਂ ਫਿਰ ਇਹ ਸਾਰਾ ਇਤਿਹਾਸ ਉਸ ਹਲਕਾਰੇ ਦਾ ਚਿੱਠੀ ਲੈ ਕਰਕੇ ਜਾਣਾ, ਚੰਦੂ ਨੇ ਫਿਰ ਆਪਣੇ ਵੱਲੋਂ ਚਿੱਠੀ ਲਿਖ ਕੇ ਕੋਠੇ ਨਗਰ ਵਿੱਚ ਹਲਕਾਰੇ ਨੂੰ ਘੱਲਣਾ ਅਤੇ ਫਿਰ ਪਿਰਥੀ ਚੰਦ ਨੇ ਦਿੱਲੀ ਜਾ ਕਰਕੇ ਪਹੁੰਚ ਕੇ ਦੋਵਾਂ ਨੇ ਦੁਸ਼ਟ ਸੁਭਾਅ ਅਨੁਸਾਰ ਮਤਾ ਪਕਾਉਣਾ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨੁਕਸਾਨ ਕਰਨ ਵਾਸਤੇ ਕੁਝੀਆਂ ਤਰਕੀਬਾਂ, ਜੁਗਤਾਂ ਅਤੇ ਢੰਗ ਤਰੀਕੇ, ਹੋਸ਼ੇ ਹੱਥ ਕੰਡੇ ਅਪਣਾਉਣੇ। ਇਹ ਸਾਰਾ ਇਤਿਹਾਸ, ਇਤਿਹਾਸਕ ਵਾਕਿਆਤ ਇਤਿਹਾਸ ਦੇ ਪੰਨਿਆਂ ਦੇ ਅੰਦਰ ਕਵੀ ਰਾਜ ਮਹਾਕਵੀ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨ ਨੇ ਜਿਵੇਂ ਬਿਰਜ ਭਾਸ਼ਾ ਦੇ ਵਿੱਚ ਇਹ ਸਾਰਾ ਇਤਿਹਾਸ ਉਚਾਰਨ ਕਰਕੇ
ਸਾਨੂੰ ਸੁਣਾ ਰਹੇ ਹਨ ਪੰਥ ਦੇ ਉੱਪਰ ਵੱਡਾ ਪਰਉਪਕਾਰ ਕੀਤਾ ਇਤਿਹਾਸ ਲਿਖਣ ਦਾ। ਸੋ ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਾਹਿਬਾਂ ਦੇ ਪਾਵਨ ਇਤਿਹਾਸ ਨਾਲ ਜੁੜਨਾ ਕਰੀਏ ਜੀ। ਇਤਿਆਦਿਕ ਲਿਖ ਕੈ ਹਲਕਾਰੇ, ਕੁਛਕ ਦਰਬ ਦੇ ਆਦਰ ਧਾਰੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵਿਰੋਧ ਵਿੱਚ ਜਾਂਦਿਆਂ ਹੋਇਆਂ ਪ੍ਰਿਥੀ ਚੰਦ ਨੇ ਆਪਣੇ ਵੱਲੋਂ ਪੱਤਰਕਾਰ ਚਿੱਠੀ ਲਿਖੀ ਹੈ। ਹਲਕਾਰੇ ਨੂੰ ਉਹ ਚਿੱਠੀ ਫੜਾਈ, ਉਹਦਾ ਅਦਬ ਸਤਿਕਾਰ ਕਰਨ ਦੇ ਲਈ ਕੁਛ ਪੈਸਾ ਧਨ ਦਿੱਤਾ ਹੈ। ਖਾਨ ਪਾਨ ਆਛੇ ਕਰਵਾਈ, ਗੁਰੂ ਦ્વੈਸ਼ ਕੋ ਬਹੁ ਸਮਝਾਏ। ਖਾਣਾ ਪਾਣਾ ਉਸ ਦਾ ਅੱਛਾ ਚੰਗੀ ਤਰ੍ਹਾਂ ਕਰਵਾਇਆ ਗਿਆ, ਚੰਗੇ ਪਦਾਰਥ ਖਵਾਏ ਗਏ, ਲੀੜਾ ਬਸਤਰ ਕੱਪੜੇ ਵਧੀਆ ਉਹਦੇ ਵਿਸਰਾਮ ਵਾਸਤੇ ਦਿੱਤੇ। ਨਾਲ ਨਾਲ ਜੋ ਵੱਡਾ ਕੰਮ ਸੀ ਨਾ ਪ੍ਰਿਥੀ ਚੰਦ ਦਾ, ਉਹ ਸਮਝਾਇਆ। ਉਹ ਕਿਹੜਾ ਸੀ? ਗੁਰੂ ਪਾਤਸ਼ਾਹ ਨਾਲ ਦਵੈਸ਼। ਦਵੈਸ਼ ਹੁੰਦਾ ਹੈ ਵੈਰ, ਈਰਖਾ, ਨਫ਼ਰਤ, ਵੈਰ, ਵਿਰੋਧ। ਗੁਰੂ ਪਾਤਸ਼ਾਹ ਦੇ ਨਾਲ ਮੇਰੇ ਮਨ 'ਚ ਕਿੰਨੀ ਦਵੈਸ਼, ਦੁਬਦਾ, ਈਰਖਾ ਤੇ ਵੈਰ ਵਿਰੋਧ ਹੈ। ਉਸ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਸਮਝਾਇਆ ਕਿ ਜਿਹਨੂੰ ਤੁਸੀਂ ਮੇਰਾ ਭਰਾ ਸਮਝਦੇ ਹੋ, ਮੈਂ ਉਹਨੂੰ ਆਪਣਾ ਦੁਸ਼ਮਣ ਸਮਝਦਾ ਹਾਂ। ਮੈਂ ਤਾਂ ਰਾਤ ਦਿਨ ਸੋਚਦਾ ਹਾਂ ਕਿ ਕਦੋਂ ਉਹਦਾ ਕਿਸੇ ਤਰੀਕੇ ਨਾਲ ਕੋਈ ਨੁਕਸਾਨ ਹੋਵੇ, ਉਹਦੀ ਗ੍ਰਿਫਤਾਰੀ ਹੋਵੇ, ਸਭ ਕੁਛ ਦਾ ਮਾਲਕ ਮੈਂ ਬਣ ਜਾਵਾਂ। ਅਤੇ ਮੈਂ ਕਦੋਂ ਚਾਹੁੰਦਾ ਹਾਂ ਕਿ ਉਹ ਸਮਾਜ ਦੇ ਅੰਦਰ ਮਾਨ ਸਨਮਾਨ ਨਾਲ ਵਿਚਰਨਾ ਕਰੇ, ਉਹਦੀ ਚੜ੍ਹਤ ਹੋਵੇ। ਮੈਂ ਐਸਾ ਨਹੀਂ ਚਾਹੁੰਦਾ। ਇਹ ਜੋ ਆਪਣੇ ਮਨ ਦੀ ਦਵੈਸ਼ ਗੁਰੂ ਪਾਤਸ਼ਾਹ ਦੇ ਪ੍ਰਤੀ ਸੀ, ਉਹ ਚੰਗੀ ਤਰ੍ਹਾਂ ਉਸ ਹਲਕਾਰੇ ਨੂੰ ਸਮਝਾ ਦਿੱਤੀ। ਚਾਰ ਵਿਸਰਜਨ ਕਰਿਓ ਆਨੰਦੇ, ਜਾਣਿਓ ਅਬ ਹੋਇ ਕਾਜ ਬਿਲੰਦੇ। ਉਹ ਜਿਹੜਾ ਚਾਰ ਦਾ ਅਰਥ ਹੈ ਹਲਕਾਰਾ, ਡਾਕੀਆ। ਜਿਹੜਾ ਹਲਕਾਰਾ ਆਇਆ ਸੀ, ਬੜੇ ਆਨੰਦ ਦੇ ਨਾਲ ਉਸਨੂੰ ਵਿਸਰਜਨ ਕੀਤਾ, ਵਿਦਾ ਕੀਤਾ। ਤੇ ਜਾਣਿਆ ਮਨ ਵਿੱਚ ਪ੍ਰਿਥੀ ਚੰਦ ਨੇ, ਅਬ ਹੋਇ ਕਾਜ ਬੁਲੰਦੇ। ਜਿਹੜਾ ਵੱਡਾ ਕਾਰਜ ਕੰਮ ਸੀ ਨਾ, ਜਿਹੜਾ ਸੂਲੀ ਖਾਂ ਪਠਾਨ 'ਤੇ ਵੀ ਕਰਨ ਤੋਂ ਰਹਿ ਗਿਆ ਸੀ, ਉਹ ਵੱਡਾ ਕਾਰਜ ਹੁਣ ਮੇਰਾ ਹੋ ਜਾਵੇਗਾ। ਉਹ ਵੱਡਾ ਕਾਰਜ ਹੈ ਗੁਰੂ ਬਣਦਾ। ਤੇ ਬਸ ਹੁਣ ਜਾਣਿਆ ਨੇ ਸਮਝਿਆ ਕਿ ਮੇਰਾ ਵੱਡਾ ਕੰਮ ਬਣ ਜਾਵੇਗਾ। ਜਥਾ ਅਚਾਨਕ ਸੁਲਹੀ ਮਰਿਓ, ਤਥਾ ਕਾਜ ਮਮ ਗੁਰੂ ਸੁਧਰਿਓ। ਤੇ ਕੀ ਸੋਚਦਾ ਮਨ ਵਿੱਚ? ਕਹਿੰਦਾ ਜਿਵੇਂ ਅਚਾਨਕ ਨਾ ਸੋਲੇ ਖਾਂ ਪਠਾਨ ਮਰ ਗਿਆ ਸੀ, ਤਥਾ ਤੇਵੇਂ ਹੀ ਇਹ ਜਿਹੜਾ ਕਾਰਜ ਹੈ ਨਾ, ਮਮ ਮੇਰਾ ਗੁਰੂ ਨੇ ਸੁਧਾਰਿਓ, ਸੁਧਾਰ ਦਿੱਤਾ ਹੈ। ਇੱਕ ਮਿੱਤਰ ਮੇਰਾ ਮਰਿਆ ਤੇ ਦੂਜਾ ਮਿੱਤਰ ਮੈਨੂੰ ਮਿਲ ਗਿਆ ਹੈ। ਮੇਰਾ ਤਾਂ ਸਮਝੋ ਕਾਰਜ ਜਿਹੜਾ ਕੰਮ ਹੈ ਉਹ ਸੁਧਰ ਗਿਆ, ਸਫਲ ਹੋ ਗਿਆ ਹੈ। ਹਰਖ ਕਰਤ ਚਿਤਵਤ ਨਿਤ ਐਸੇ, ਚੰਦੂ ਬਿਗਰ ਗਹਿ ਗੁਰ ਜੈਸੀ। ਮਨ ਵਿੱਚ ਬੜਾ ਹਰਖ ਖੁਸ਼ੀ ਕਰਦਾ ਤੇ ਨਿਤਾਂ ਪ੍ਰਤੀ ਚਿਤਵਤ ਐਸੇ, ਇਸ ਤਰ੍ਹਾਂ ਚਿਤਵਦਾ ਸੋਚਦਾ ਹੈ ਕਿ ਜਿਸ ਤਰ੍ਹਾਂ ਚੰਦੂ ਦੁਸ਼ਟ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਲ ਵਿਗੜ ਜਾਵੇ ਤੇ ਵਿਗੜ ਕਰਕੇ ਗਾਹੇ ਹੁੰਦਾ, ਗ੍ਰਿਫਤਾਰ ਕਰਨਾ, ਫੜਨਾ। ਚੰਦੂ ਗੁਰੂ ਪਾਤਸ਼ਾਹ ਨਾਲ ਵਿਗੜ ਕੇ ਤੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਵੇ। ਦਿੱਲੀ ਬਰਿਓ ਜਾਏ ਹਲਕਾਰਾ, ਪਾਤੀ ਦੇਤ ਬਿਰਤਾਂਤ ਉਚਾਰਾ। ਉਹ ਹਲਕਾਰਾ ਜਾ ਦਿੱਲੀ ਵੜਿਆ, ਜਾ ਦਿੱਲੀ ਪਹੁੰਚਿਆ ਤੇ ਜਿਹੜੀ ਪਾਤੀ ਪੱਤਰਕਾ ਪ੍ਰਿਥੀ ਚੰਦ ਨੇ ਆਪਣੇ ਵੱਲੋਂ ਲਿਖ ਕੇ ਦਿੱਤੀ ਸੀ, ਉਹ ਜਾ ਕੇ ਦਿੰਦਿਆਂ ਹੋਇਆਂ ਬਿਰਤਾਂਤ ਉਚਾਰਾ। ਸਾਰੀ ਬਿਰਤਾਂਤ ਵਾਰਤਾ ਜਿਹੜੀ ਸੀ ਨਾ, ਉਹ ਜ਼ਬਾਨੀ ਕਲਾਮੀ ਵੀ ਕਹਿ ਕਰਕੇ ਚੰਦੂ ਨੂੰ ਸੁਣਾਈ। ਅਨੁਜ ਸਾਥ ਸੋ ਬੈਰ ਤਰੰਤਾ, ਪ੍ਰਾਨ ਹਾਨ ਲੋ ਯਤਨ ਕਰੰਤਾ। ਉਸ ਹਲਕਾਰੇ ਨੇ ਸਾਰੀ ਗੱਲਬਾਤ ਦੱਸਦੇ ਹੋਇਆਂ ਦੱਸਿਆ ਕਿ ਜਿਸ ਵੱਲ ਤੁਸੀਂ ਚਿੱਠੀ ਲਿਖੀ ਸੀ ਨਾ ਪ੍ਰਿਥੀ ਚੰਦ, ਉਹ ਤਾਂ ਆਪਣੇ ਅਨੁਜ ਭਰਾ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਲ ਵੈਰ ਧਰਨ ਤਾਂ ਬੜਾ ਵੈਰ ਕਰਦਾ ਹੈ। ਉਹ ਤੁਹਾਨੂੰ ਆਪਣਾ ਭਰਾ ਹੀ ਨਹੀਂ ਸਮਝਦਾ। ਇੱਥੋਂ ਤੱਕ ਪ੍ਰਾਣ ਹਾਨ ਲਓ ਹੁੰਦਾ ਤੱਕ,
ਪ੍ਰਾਣਾਂ ਦੇ ਨਾਸ਼ ਕਰਨ ਤੱਕ ਯਤਨ ਕਰੰਤਾ। ਉਹ ਤਾਂ ਬੜਾ ਯਤਨ ਕਰਦਾ ਹੈ, ਪ੍ਰਾਣਾਂ ਨੂੰ ਨਾਸ਼ ਕਰਨ ਤੱਕ ਉਹ ਹੀਲੇ ਵਸੀਲੇ ਹੱਥ ਕੰਡੇ ਅਪਣਾ ਰਿਹਾ ਹੈ। ਸੁਲਹੀ ਤੇ ਚਾਹਤ ਗਹਿਵਾਇਓ, ਸੋ ਮਰ ਕਰ ਜਮ ਧਾਮ ਸਿਧਾਇਓ। ਤੇ ਉਹ ਪਿਰਥੀ ਚੰਦ ਤਾਂ ਸੁਲੀ ਖਾਂ ਪਠਾਨ ਦੇ ਕੋਲੋਂ ਆਪਣੇ ਭਰਾਤਾ ਗੁਰੂ ਨੂੰ ਗ੍ਰਿਫਤਾਰ ਕਰਵਾਉਣਾ ਚਾਹੁੰਦਾ ਸੀ, ਪਰ ਉਹ ਆਪ ਹੀ ਦੋਜਕਾਂ ਦੇ ਨਰਕਾਂ ਦੇ ਚ ਜਾ ਡਿੱਗਾ। ਉਹ ਤਾਂ ਆਪ ਹੀ ਮਰ ਕੇ ਤੇ ਜਮਾਂ ਦੇ ਘਰ ਜਾ ਪਹੁੰਚਾ। ਅਬ ਬਾਂਛਤ ਉਰਹਤ ਦੀਵਾਨ, ਮੋ ਸਮੀਪ ਬਹੁ ਬਾਰ ਬਖਾਨ। ਤੇ ਹੁਣ ਅਬ ਬਾਂਛਤ ਉਰ ਹਿਰਦੇ ਮਨ ਵਿੱਚ ਹੁਣ ਨਾ ਪਿਰਥੀ ਚੰਦ ਬਾਂਛਤ ਦਾ ਅਰਥ ਹੁੰਦਾ ਚਾਹੁੰਦਾ ਹੈ। ਉਹ ਇਹ ਚਾਹ ਰਿਹਾ ਹੈ ਕਿ ਹਤੇ ਦੀਵਾਨ ਚੰਦੂ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਹਤੇ ਦਾ ਅਰਥ ਹੁੰਦਾ ਮਾਰਨਾ, ਖਤਮ ਕਰਨਾ, ਕਿ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਮਾਰ ਦਵੇ। ਤੇ ਮੋਹ ਸਮੀਪ ਮੇਰੇ ਪਾਸ ਬਹੁ ਬਾਰ ਬਖਾਨ, ਬੜੀ ਵਾਰੀ ਉਹਨੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਖਤਮ ਕਰਨ ਵਾਸਤੇ ਇਹ ਗੱਲ ਉਹਨੇ ਵਾਰ-ਵਾਰ ਆਖੀ ਹੈ। ਮੇਲ ਚਹਿਤ ਹੈ ਰਾਵਰ ਸੰਗ, ਕਰੈ ਜਤਨ ਗਹਿ ਬੇ ਗੁਰ ਅੰਗ। ਤੇ ਪਿਰਥੀ ਚੰਦ ਮੇਲ ਚਾਹਤ ਹੈ, ਮੇਲ ਚਾਹੁੰਦਾ, ਮਿਲਾਪ ਚਾਹੁੰਦਾ। ਰਾਵਰ ਹੁੰਦਾ ਆਪ ਜੀ, ਸੰਗ ਹੁੰਦਾ ਨਾਲ, ਤੁਹਾਡੇ ਨਾਲ ਪਿਰਥੀ ਚੰਦ ਮਿਲਾਪ ਕਰਨਾ ਚਾਹੁੰਦਾ ਹੈ। ਤੇ ਕਰਹਿ ਜਤਨ ਗਹਿਬੇ ਗੁਰ ਅੰਗ, ਗੁਰੂ ਪਾਤਸ਼ਾਹ ਦੇ ਸਰੀਰ ਨੂੰ ਫੜਨ ਵਾਸਤੇ, ਗ੍ਰਿਫਤਾਰ ਕਰਨ ਵਾਸਤੇ ਉਹ ਪਹਿਲਾਂ ਹੀ ਬੜੇ ਯਤਨ ਕਰਦਾ ਹੈ। ਆਪ ਹਕਾਰੋ ਤੂਰਨ ਆਵੇ, ਅਨਿਕ ਭਾਂਤ ਕੀ ਘਾਤ ਬਤਾਵੇ। ਤੇ ਉਹ ਤਾਂ ਸੋਚ ਰਿਹਾ ਹੈ ਆਪ ਹਕਾਰੋ ਤੋਰਨ ਆਵੇ ਕਿ ਤੁਸੀਂ ਮੈਨੂੰ ਕਦੋਂ ਸੱਦੋ ਤੇ ਮੈਂ ਦਿੱਲੀ ਨੂੰ ਮੂੰਹ ਚੁੱਕ ਕੇ ਭੱਜਾ ਆਵਾਂ। ਬਸ ਤੁਸੀਂ ਉਹਨੂੰ ਆਵਾਜ਼ ਮਾਰੋ ਸਹੀ, ਸੱਦੋ ਸਹੀ, ਤੂਰਨ ਆਵੇ। ਉਹਨੇ ਤਾਂ ਡਾਈ ਨਹੀਂ ਦੇਣੀ, ਕਿਸ ਨੂੰ ਭੱਜਾ ਹੀ ਆਉਣਾ, ਬੜੀ ਛੇਤੀ ਨਾਲ ਉਹ ਭੱਜਾ ਆਵੇਗਾ। ਤੇ ਅਨੇਕਾਂ ਪ੍ਰਕਾਰ ਦੇ ਘਾਤ ਹੁੰਦੇ, ਦਾ ਪੇਚ ਢੰਗ ਤਰੀਕੇ, ਰਾਜਨੀਤੀ ਦੇ 4 ਤਰੀਕੇ ਹੁੰਦੇ ਹਨ, ਸਾਮ ਦਾਮ ਦੰਡ ਤੇ ਭੇਦ। ਜਿਨ੍ਹਾਂ ਚਾਣਕਿਆ ਨੀਤੀ ਪੜ੍ਹੀ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਆਪਣੇ ਵਿਰੋਧੀ ਨੂੰ ਚਿੱਤ ਕਰਨਾ, ਹਰਾਉਣਾ ਹੈ, ਕਬਜ਼ੇ ਵਿੱਚ ਕਰਨਾ ਹੈ। ਤੇ ਕਹਿਣ ਲੱਗਾ ਕਿ ਇਹ ਜਿਹੜੇ ਦਾ ਭੇਚ ਢੰਗ ਤਰੀਕੇ ਨੇ ਉਹ ਤੁਹਾਨੂੰ ਪਿਰਥੀ ਚੰਦ ਇੱਥੇ ਆ ਕੇ ਦੱਸਣਾ ਕਰੇਗਾ। ਤੁਮ ਕੋ ਹੋਏ ਸੁਖੈਨ ਗਹਿ ਲੀਨੋ, ਚਾਹੋ ਸਜਾਏ ਕਰੋ ਤਬ ਦੀਨੋ। ਤੇ ਤੁਹਾਡੇ ਵਾਸਤੇ ਗੁਰੂ ਅਰਜਨ ਦੇਵ ਨੂੰ ਫੜ ਲੈਣਾ ਨਾ ਸੁਖੇਨ ਹੋ ਜੇ, ਸੌਖਾ ਹੋ ਜਾਏਗਾ। ਫਿਰ ਚਾਹੋ ਸਜਾਏ, ਜੋ ਤੁਸੀਂ ਸਜ਼ਾ ਦੇਣੀ ਉਹਨੂੰ ਚਾਹੁੰਦੇ ਹੋ ਕਰੋ ਤਬ ਦੇਨੋ, ਉਹਨਾਂ ਨੂੰ ਉਹ ਸਜ਼ਾ ਦੇਣੀ ਕਰੋ ਜੋ ਤੁਸੀਂ ਚਾਹੁੰਦੇ ਸੋਚਦੇ ਹੋ। ਕਹਿ ਕੰਨਿਆ ਕੋਲੀ ਹੈ ਨਾਤਾ, ਕਹਿ ਮਾਨ ਨਿਜ ਪ੍ਰਾਨ ਘਾਤਾ। ਜਾਂ ਤਾਂ ਕੈਦ ਅਰਥ ਇੱਥੇ ਹੈ, ਜਾਂ ਤਾਂ ਤੁਹਾਡੀ ਕੰਨਿਆ ਦਾ, ਬੱਚੀ ਦਾ ਰਿਸ਼ਤਾ ਲੈਣ ਵਾਸਤੇ ਮੰਨ ਜਾਵੇਗਾ, ਨਹੀਂ ਤਾਂ ਫਿਰ ਆਪਣੇ ਪ੍ਰਾਣਾਂ ਦਾ, ਨਿਜ ਪ੍ਰਾਨ, ਆਪਣੇ ਪ੍ਰਾਣਾਂ ਦਾ ਘਾਤਾ ਹੁੰਦਾ, ਘਾਤ ਹੁੰਦਾ, ਨਾਸ਼ ਕਰ ਦੇਣਾ, ਖਤਮ ਕਰਵਾ ਲੈਣਾ, ਨਹੀਂ ਤਾਂ ਫਿਰ ਆਪਣੇ ਪ੍ਰਾਣ ਨਾਸ਼ ਕਰਵਾ ਲਵੇਗਾ, ਭਾਵ ਮਰਨਾ ਮੰਡ ਲਵੇਗਾ। ਤੇ ਜਾਂ ਫਿਰ ਉਹ ਰਿਸ਼ਤਾ ਲੈ ਲਵੇਗਾ। ਦੋਵਾਂ ਗੱਲਾਂ ਵਿੱਚੋਂ ਇੱਕ ਕੰਮ ਹੋ ਜਾਏਗਾ। ਕਰੋ ਯਤਨ ਰਹਿ ਆਵੇ ਲਾਜਾ, ਸੁਧਰੈ ਨੀਕੇ ਬਿਗੜਿਓ ਕਾਜਾ। ਤੁਸੀਂ ਯਤਨ ਕਰੋ ਜਿਸ ਕਰਕੇ ਤੁਹਾਡੀ ਲਾਜ ਸ਼ਰਮ ਰਹਿ ਆਵੇ ਤੇ ਤੁਹਾਡਾ ਕਾਰਜ ਜਿਹੜਾ ਹੈ ਵਿਗੜਿਆ ਹੋਇਆ ਸੁਧਰ ਜਾਵੇ। ਸੁਧਰੇ ਨੀਕੇ ਹੁੰਦਾ ਚੰਗੀ ਤਰ੍ਹਾਂ, ਵਿਗੜਿਓ ਕਾਜਾ ਤੁਹਾਡਾ ਵਿਗੜਿਆ ਹੋਇਆ ਕੰਮ ਚੰਗੀ ਤਰ੍ਹਾਂ ਸੁਧਰ ਜਾਵੇ, ਬਣ ਜਾਵੇ, ਸਫਲ ਹੋ ਜਾਵੇ। ਸੁਨ ਕਰ ਚੰਦੂ ਹਰਖਤ ਹੋਵਾ, ਲਿਓ ਬੈਰ ਸਹਜੇ ਤਬ ਜੋਵਾ। ਸੁਣ ਕਰਕੇ ਨਾ ਚੰਦੂ ਜਿਹੜਾ ਸੀ ਭਾਈ ਸਾਹਿਬ ਕਹਿੰਦੇ ਹਰਖਤ ਹੋਵਾ, ਬੜਾ ਖੁਸ਼ ਹੋਇਆ। ਹੋਵਾ ਦਾ ਅਰਥ ਹੁੰਦਾ ਹੋਣਾ, ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ ਤੇ ਮਨ 'ਚ ਸੋਚਿਆ ਲਿਓ ਬੈਰ ਸਹਜੇ ਤਬ ਜੋਵਾ। ਤਦੋਂ ਜੋਵਾ ਵੇਖਿਆ ਕਿ ਮੈਂ ਹੁਣ ਵੈਰ ਗੁਰੂ ਅਰਜਨ ਦੇ ਪਾਤਸ਼ਾਹ ਕੋਲੋਂ ਸਹਿਜੇ ਹੀ ਲੈ ਲਵਾਂਗਾ। ਸਹਿਜੇ ਤੋਂ ਭਾਵ ਸੁਭਾਵਿਕ ਹੀ ਹੁਣ ਮੈਂ ਵੈਰ ਆਪਣਾ ਪੁਗਾ ਲਵਾਂਗਾ।
ਉਹਨਾਂ ਕੋਲੋਂ ਵੈਰ ਲਵਾਂਗਾ। ਜੇ ਰਿਪ ਘਰ ਮਹਿ ਭੇਦ ਪਰੰਤਾ ਤੋ ਸੁਖੇ ਨਹੀਂ ਕਾਜ ਬਨੰਤਾ। ਜੇਕਰ ਦੁਸ਼ਮਣ ਦੇ ਘਰ ਵਿੱਚ ਭੇਦ ਪੈ ਜਾਵੇ ਨਾ, ਭੇਦ ਦਾ ਅਰਥ ਹੁੰਦਾ ਫਰਕ ਪੈ ਜਾਣਾ, ਫੁੱਟ ਪੈ ਜਾਣੀ। ਫੁੱਟ ਨੇ ਬੜੇ ਵੱਡੇ ਵੱਡੇ ਰਾਜ ਭਾਗ ਗਰਕ ਕਰ ਦਿੱਤੇ। ਵਿਭੀਸ਼ਣ ਦੇ ਨਾਲ ਰਾਵਣ ਨੇ ਚੰਗੀ ਨਾ ਗੁਜ਼ਾਰੀ, ਜਿਸ ਕਰਕੇ ਵਿਭੀਸ਼ਣ ਨੇ ਭੇਦ ਦਿੱਤਾ ਸ਼੍ਰੀ ਰਾਮਚੰਦਰ ਨੂੰ ਰਾਵਣ ਬਾਰੇ ਕਿ ਇਹਦੀ ਨਾਭੀ ਵਿੱਚ ਅੰਮ੍ਰਿਤ ਕੁੰਡ ਹੈ, ਉੱਥੇ ਅਗਨ ਬਾਣ ਮਾਰੋ ਤੇ ਫਿਰ ਰਾਵਣ ਦੀ ਮੌਤ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਬਾਲੀ ਤੇ ਬਾਲੀ ਦਾ ਭਰਾ ਜਿਹੜਾ ਸੀ, ਉਹਨਾਂ ਦੋਵਾਂ ਦੇ ਵਿੱਚ ਵੀ ਫੁੱਟ ਪੈ ਗਈ ਸੀ। ਤੇ ਬਾਲੀ ਦੇ ਭਰਾ ਨੇ ਸਾਰਾ ਭੇਦ ਜਿਹੜਾ ਸੀ ਸ਼੍ਰੀ ਰਾਮਚੰਦਰ ਨੂੰ ਦਿੱਤਾ, ਤੇ ਉਸਨੇ ਲੁਕ ਕਰਕੇ ਤੀਰ ਮਾਰ ਕੇ ਤੇ ਬਾਲੀ ਨੂੰ ਮਾਰ ਦਿੱਤਾ ਸੀ। ਸੋ ਜਦੋਂ ਫੁੱਟ ਪੈ ਜਾਵੇਗੀ ਫਿਰ ਦੁਸ਼ਮਣ ਨੂੰ ਮਾਰਨਾ ਬੜਾ ਸੌਖਾ ਹੁੰਦਾ। ਅੰਗਰੇਜ਼ਾਂ ਨੇ ਭਾਰਤ ਵਿੱਚ ਇੱਕ ਨੀਤੀ ਲਿਆਂਦੀ ਸੀ, ਉਸ ਨੀਤੀ ਦਾ ਨਾਮ ਸੀ ਪਾੜੋ ਅਤੇ ਰਾਜ ਕਰੋ। ਹਿੰਦੁਸਤਾਨ ਦੇ ਲੋਕਾਂ ਨੂੰ ਛਿੱਤਰੋ ਛਿੱਤਰੀ ਕਰਾਓ, ਆਪਸ ਵਿੱਚ ਗੱਲ ਪਵਾਓ ਤੇ ਆਪ ਰਾਜ ਭਾਗ ਕਰਨਾ ਕਰੋ। ਹੁੰਦਾ ਐਸਾ ਹੀ ਸੀ। ਆਪਣੇ ਹੀ ਆਪਣਿਆਂ ਦੇ ਵੈਰੀ ਬਣੇ ਹਿੰਦੁਸਤਾਨ ਦੇ ਲੋਕਾਂ ਨੂੰ ਜੇਕਰ ਉਦੋਂ ਪਤਾ ਹੁੰਦਾ ਕਿ ਇੰਗਲੈਂਡ ਚਿੜੀ ਦੇ ਪਹੁੰਚੇ ਜਿੰਨਾ ਦੇਸ਼ ਹੈ ਛੋਟਾ ਜਿਹਾ, ਤੇ ਹਿੰਦੁਸਤਾਨ ਦਾ ਕਿੰਨਾ ਵੱਡਾ ਰਕਬਾ ਖੇਤਰਫਲ ਹੈ, ਤੇ ਸਾਨੂੰ ਨਿੱਤ ਦਿਹਾੜੇ ਕੁੱਟਦੇ ਹਨ। ਅੰਮ੍ਰਿਤਸਰ ਦਾ ਅੱਜ ਵੀ ਉਹ ਬਾਜ਼ਾਰ ਹੈ ਜਿੱਥੇ ਗੋਡਿਆਂ ਭਾਰ ਹੋ ਕਰਕੇ ਨੱਕ ਰਗੜ ਰਗੜ ਕਰਕੇ ਅੰਗਰੇਜ਼ਾਂ ਦੇ ਰਾਜ ਵਿੱਚ ਪੰਜਾਬੀਆਂ ਨੂੰ ਤੋਰਿਆ ਜਾਂਦਾ ਸੀ। ਬੜੀ ਭਾਰੀ ਦੁਰਦਸ਼ਾ ਕੀਤੀ ਜਾਂਦੀ, ਬੇਇੱਜ਼ਤੀ ਕੀਤੀ ਜਾਂਦੀ ਸੀ। ਪਰ ਅਣਖ ਤੇ ਗੈਰਤ ਗਵਾ ਕਰਕੇ ਬਹੁਤੇ ਲੋਕ ਜਿਹੜੇ ਅੰਗਰੇਜ਼ਾਂ ਦੀ ਚਮਚਾਗਿਰੀ ਕਰਦੇ ਸਨ, ਉਹਨਾਂ ਦੇ ਪਿੱਠੂ ਬਣੇ ਸਨ। ਜੇਕਰ ਕੋਈ ਆਜ਼ਾਦੀ ਦੀ ਗੱਲ ਕਰਦਾ ਸੀ, ਉਹਦੀ ਮੁਖਬਰੀ ਕਰਵਾ ਕਰਕੇ ਤੇ ਉਹਨੂੰ ਪਕੜਾ ਦਿੰਦੇ, ਫੜਾ ਦਿੰਦੇ ਸਨ। ਉਹਦੇ ਵਿਰੁੱਧ ਗਵਾਹੀਆਂ ਵੀ ਦਿੰਦੇ ਸਨ। ਹੁਣ ਭਗਤ ਸਿੰਘ ਦੇ ਵਿਰੁੱਧ ਜਿਹੜੀ ਗਵਾਹੀ ਹੈ ਹਿੰਦੁਸਤਾਨ ਦੇ ਰਾਸ਼ਟਰਪਤੀ ਮਹਾਤਮਾ ਗਾਂਧੀ ਨੇ ਦਿੱਤੀ ਸੀ ਕਿ ਇਹੋ ਜਿਹੇ ਬੰਦੇ ਜਿਉਂਦੇ ਨਹੀਂ ਛੱਡਣੇ ਚਾਹੀਦੇ, ਫਾਹੇ ਲਾ ਦੇਣੇ ਚਾਹੀਦੇ ਹਨ। ਇਹ ਕਾਗਜ਼ਾਂ ਰਿਕਾਰਡ ਵਿੱਚ ਬਕਾਇਦਾ ਚੀਜ਼ਾਂ ਲਿਖੀਆਂ ਹਨ ਕਿ ਕਿਹੜੇ ਬੰਦਿਆਂ ਨੇ, ਜਿਹੜੇ ਲੋਕ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਦੇ ਹੱਕ ਵਿੱਚ ਸਨ, ਉਹਨਾਂ ਦੇ ਵਿਰੁੱਧ ਹੀ ਭੁਗਤਣਾ ਕੀਤਾ। ਇਹਨੂੰ ਕਹਿੰਦੇ ਫੁੱਟ ਪੈ ਜਾਣੇ। ਜਦੋਂ ਫੁੱਟ ਪੈ ਜਾਵੇ ਫਿਰ ਵਿਰੋਧੀ ਵਾਸਤੇ ਜਿੱਤਣਾ, ਸਫਲ ਹੋਣਾ ਸੌਖਾ ਹੋ ਜਾਂਦਾ ਹੈ। ਚੰਦੂਏ ਰਾਜਨੀਤੀ ਦੇ ਦਾ ਪੇਚ ਚੰਗੀ ਤਰ੍ਹਾਂ ਜਾਣਦਾ ਸਮਝਦਾ ਹੈ ਕਿ ਜੇ ਰਿਪ ਘਰ ਮੈਂ ਭੇਦ ਪ੍ਰੰਤਾ, ਰਿਪ ਹੁੰਦਾ ਦੁਸ਼ਮਣ। ਜੇਕਰ ਦੁਸ਼ਮਣ ਦੇ ਘਰ ਵਿੱਚ ਭੇਦ ਪੈ ਜਾਵੇ, ਫਰਕ ਪੈ ਜੇ, ਫੁੱਟ ਪੈ ਜਾਵੇ, ਤੋ ਸੁਖੇਨ ਹੀ ਕਾਜ ਬਨੰਤਾ, ਤਾਂ ਫਿਰ ਜਿਹੜਾ ਕਾਜ ਕੰਮ ਹੈ ਨਾ ਸੌਖਿਆਂ ਹੀ ਬਣ ਜਾਂਦਾ ਹੈ। ਜਥਾ ਅਸ਼ਰ ਨਿਕਸੈ ਚਖ ਦੁਆਰੀ, ਅੰਤਰ ਦੁਖ ਲਖੀਅਤ ਬਿਦ ਸਾਰੀ। ਜਿਵੇਂ ਕਿਸੇ ਬੰਦੇ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਹੋਣ, ਤੇ ਉਹ ਜਿਹੜੇ ਹੰਝੂ ਨੇ ਉਹ ਬੰਦੇ ਦੇ ਅੰਦਰ ਦੇ ਦੁੱਖ ਨੂੰ ਪ੍ਰਗਟ ਕਰ ਦਿੰਦੇ ਹਨ। ਅੰਦਰ ਦੇ ਵਲਵਲੇ, ਅੰਦਰ ਦੇ ਦੁੱਖ, ਅੰਦਰ ਦੇ ਹਾਵ ਭਾਵ ਹੰਝੂਆਂ ਦੇ ਰਾਹੀਂ ਪਾਣੀ ਬਣ ਕੇ ਨੇਤਰਾਂ ਦੇ ਵਿੱਚੋਂ ਵਹਿ ਤੁਰਦੇ ਨੇ। ਉਹ ਬੰਦੇ ਦੇ ਅੱਖਾਂ ਦੀਆਂ ਝਿਮਣੀਆਂ, ਅੱਖਾਂ ਦੇ ਵਿੱਚੋਂ ਵਗਦੇ ਹੋਏ ਹੰਝੂ ਆਂਸੂ ਜਿਹੜੇ ਹਨ, ਉਹ ਬੰਦੇ ਦੇ ਅੰਦਰ ਦੇ ਭੇਤ ਨੂੰ ਜ਼ਾਹਰ ਕਰ ਦਿੰਦੇ ਹਨ। ਤਿਉ ਰਿਪ ਕੋ ਸਭ ਭੇਦ ਬਤਾਵੇ, ਭਰਾਤਾ ਫਟ ਕਰ ਜੇ ਮਿਲ ਜਾਵੇ। ਤੇ ਜੇਕਰ ਗੁਰੂ ਅਰਜਨ ਦੇਵ ਦਾ ਭਰਾਤਾ ਭਰਾ ਫਟ ਕਰਕੇ ਵਿਰੋਧੀ ਹੋ ਕੇ ਮੇਰੇ ਨਾਲ ਮਿਲ ਜਾਵੇ ਤਾਂ ਉਹ ਆਪਣੇ ਭਰਾ ਦਾ ਸਾਰਾ ਭੇਤ ਮੈਨੂੰ ਦੱਸ ਦੇਵੇਗਾ। ਕਹਿਨ ਸ਼ਾਹ ਸੋ ਬਨੈ ਬਹਾਨੋ, ਭਰਾਤ ਪੁਕਾਰੂ ਦੁਖੀ ਮਹਾਨੋ। ਫਿਰ ਬਾਦਸ਼ਾਹ ਜਹਾਂਗੀਰ ਨੂੰ ਕਹਿਣ ਦਾ ਮੈਨੂੰ ਬਹਾਨਾ ਮਿਲ ਜਾਵੇਗਾ, ਬਹਾਨਾ ਬਣ ਜਾਵੇਗਾ ਕਿ ਵੇਖੋ ਜੀ ਗੁਰੂ ਅਰਜਨ ਦੇਵ ਦਾ ਭਰਾਤ ਪੁਕਾਰੂ ਹੋ ਕੇ ਆਇਆ, ਕਿਉਂਕਿ ਦੁਖੀ ਮਹਾਨੋ, ਦੁਖੀ ਜੋ ਬੜਾ ਹੈ, ਬੜਾ ਦੁਖੀ ਹੈ, ਤੇ ਇਸ ਵਾਸਤੇ ਭਰਾ ਦੇ ਬਰਖਲਾਫ ਫਰਿਆਦ ਕਰਨ ਦੇ ਲਈ ਪੁਕਾਰੂ ਹੋ ਕੇ ਤੁਹਾਡੇ ਕੋਲ ਆਇਆ ਹੈ। ਇਹ ਬਹਾਨਾ ਮੈਨੂੰ ਮਿਲ ਜਾਵੇਗਾ। ਜਾਂਤੇ ਅਬ ਬੁਲਾਏ ਕਰ ਤੂਰਨ, ਕਰੋ ਮਨੋਰਥ ਆਪਣੋ ਪੂਰਨ। ਜਾਂਤੇ ਦਾ ਅਰਥ ਹੁੰਦਾ ਇਸ ਵਾਸਤੇ, ਇਸ ਵਾਸਤੇ ਕਹਿਣ ਲੱਗਾ ਉਸ ਹਲਕਾਰੇ ਨੂੰ, ਅਬ ਬੁਲਾਏ ਕਰ ਤੂਰਨ, ਤੂਰਨ ਜਲਦੀ ਹੋਣੇ। ਉਸ ਚੰਦੂ ਨੇ ਆਖਿਆ ਕਿ ਪਿਰਥੀ ਚੰਦ ਨੂੰ ਇੱਥੇ ਦਿੱਲੀ ਬੁਲਾਵੋ, ਦਿੱਲੀ ਸੱਦੋ। ਕਰੋ ਮਨੋਰਥ ਆਪਣੋ ਪੂਰਨ, ਆਪਣੇ ਮਨ ਦਾ ਜੋ ਮਨੋਰਥ ਸੰਕਲਪ ਵਿਚਾਰ ਹੈ ਨਾ,
ਉਹ ਮੈਂ ਪੂਰਾ ਕਰਾਂਗਾ। ਦੋਹਰਾ ਲਿਖੀ ਪਤਰਿਕਾ ਤਬ ਭਲੇ ਆਪਨ ਜਨਾਇਓ ਪਿਆਰ। ਭਾਈ ਸਾਹਿਬ ਕਹਿੰਦੇ ਉਸੇ ਸਮੇਂ ਦੁਸ਼ਟ ਚੰਦੂ ਨੇ ਦੂਜੀ ਪੱਤਰਕਾ, ਇੱਕ ਪਹਿਲਾਂ ਚਿੱਠੀ ਲਿਖੀ ਸੀ ਉਸ ਵਿੱਚ ਤਾਂ ਧਮਕੀ ਦਿੱਤੀ ਸੀ, ਡਰਾਵਾ ਦਿੱਤਾ ਸੀ ਪ੍ਰਿਥੀ ਚੰਦ ਨੂੰ, ਪਰ ਹੁਣ ਜਿਹੜੀ ਪੱਤਰਕਾ ਲਿਖੀ ਨਾ ਇਹਦੇ ਵਿੱਚ ਪਿਆਰ ਵਾਲੇ ਬਚਨ ਲਿਖੇ, ਸਨੇਹ ਵਾਲੇ ਬੋਲ ਲਿਖੇ, ਆਪਣਾ ਪਿਆਰ ਜਨਾਇਆ ਭਲੀ ਪ੍ਰਕਾਰ ਚੰਗੇ ਲਫ਼ਜ਼ਾਂ ਨਾਲ ਸੋਹਣੇ ਸ਼ਬਦਾਂ ਦੇ ਵਿੱਚ ਚਿੱਠੀ ਲਿਖਦੇ ਆਪਣੇ ਅੰਦਰ ਦੇ ਪਿਆਰ ਮੁਹੱਬਤ ਨੂੰ ਪ੍ਰਿਥੀ ਚੰਦ ਦੇ ਤਾਈਂ ਜਨਾਉਣਾ ਕੀਤਾ। ਆਵੋ ਮੋਹੇ ਸਮੀਪ ਆਪ ਦ્વੈਸ਼ ਜੈਸੀ ਪ੍ਰਕਾਰ। ਕੀ ਲਿਖਿਆ ਚਿੱਠੀ ਵਿੱਚ ਕਿ ਪ੍ਰਿਥੀ ਚੰਦ ਜੀ, ਜੇਕਰ ਤੁਹਾਡੇ ਮਨ ਵਿੱਚ ਇਸੇ ਪ੍ਰਕਾਰ ਤੁਹਾਡੇ ਭਰਾ ਨਾਲ ਦ્વੈਸ਼ ਵੈਰ ਹੈ ਨਾ, ਤੇ ਇੰਨਾ ਕੀ ਭਾਲੇ ਦੋ ਆਖੀ, ਮੈਨੂੰ ਕੀ ਚਾਹੀਦਾ ਹੈ, ਤੁਸੀਂ ਛੇਤੀ ਨਾਲ ਫਿਰ ਮੇਰੇ ਪਾਸ ਮੇਰੇ ਸਮੀਪ ਦਿੱਲੀ ਆ ਜਾਣਾ ਕਰੋ। ਚੌਪਈ ਰਚੋ ਜਤਨ ਮਿਲ ਸੰਗ ਤੁਮਾਰੇ ਗਹਿ ਲੈ ਹੋ ਤਤ ਛਿਨ ਤਿਸ ਮਾਰੇ। ਤੇ ਮੈਂ ਫਿਰ ਇਹੋ ਜਿਹਾ ਯਤਨ ਰਚਾਂਗਾ, ਮਿਲ ਸੰਗ ਤੁਮਾਰੇ, ਤੁਹਾਡੇ ਨਾਲ ਮਿਲ ਕੇ ਇਹੋ ਜਿਹਾ ਯਤਨ ਕਰਾਂਗਾ, ਗਹਿ ਲੈ ਹੋ ਤਤ ਛਿਨ ਤਿਸ ਮਾਰੇ, ਗਹਿ ਲਵਾਂ ਫੜ ਲਵਾਂਗਾ, ਗਿਰਫਤਾਰ ਕਰ ਲਵਾਂਗੇ ਤੇ ਤਤ ਛਿਨ ਤੁਰੰਤ ਹੀ ਤੁਹਾਡੇ ਭਰਾਤਾ ਗੁਰੂ ਨੂੰ ਮਾਰ ਦਵਾਂਗਾ। ਮੈਂ ਜਿਸ ਸਹਾਇਕ ਹੋਇਓ ਤੇਰਾ ਬਨੈ ਕਾਜ ਤਜ ਕਸ਼ਟ ਬਡੇਰਾ। ਉਸ ਚਿੱਠੀ ਵਿੱਚ ਲਿਖੇ ਹੋਏ ਸ਼ਬਦ ਭਾਈ ਸਾਹਿਬ ਸੁਣਾ ਰਹੇ ਨੇ। ਭਾਈ ਸਾਹਿਬ ਜੀ ਦੀ ਕਵਿਤਾ ਕਮਾਲ ਦੀ, ਉਹਨਾਂ ਦੀ ਸੁਰਤ ਦੀ, ਮਨ ਦੀ ਉਡਾਰੀ ਦੀ ਦਾਤ ਦੇਣੀ ਬਣਦੀ ਹੈ ਕਿ ਕਿਸੇ ਦੇ ਦਿਲੀ ਮਨੋਭਾਵ ਸਮਝਣੇ ਬੜੇ ਕਠਿਨ ਹੁੰਦੇ ਹਨ, ਪਰ ਚਿੱਠੀ ਵਿੱਚ ਕਿਹੋ ਜਿਹੇ ਬੋਲ ਲਿਖੇ, ਕਿਸੇ ਦੇ ਅੰਦਰ ਮਨ ਵਿੱਚ ਕੀ ਚੱਲ ਰਿਹਾ ਹੈ, ਇਹ ਪੜ੍ਹਨਾ ਹੋਵੇ ਤੇ ਭਾਈ ਸੰਤੋਖ ਸਿੰਘ ਨੂੰ ਪੁੱਛਿਆ ਜਾਵੇ। ਕਿਸੇ ਦਾ ਮਨ ਪੜ੍ਹਨਾ ਸੌਖਾ ਨਹੀਂ ਹੁੰਦਾ ਕਿ ਅਗਲਾ ਕੀ ਸੋਚਦਾ ਹੈ ਮਨ ਵਿੱਚ, ਪਰ ਭਾਈ ਸਾਹਿਬ ਨੇ ਉਹ ਸਾਰੇ ਬੋਲ ਜੋ ਮਨ 'ਚ ਅਗਲਾ ਸੋਚਦਾ ਉਹ ਵੀ ਕਵਿਤਾ ਵਿੱਚ ਲਿਖ ਦਿੱਤਾ ਹੈ। ਸੋ ਚਿੱਠੀ ਵਿੱਚ ਲਿਖਿਆ, ਮੈਂ ਤੇਰਾ ਸਹਾਇਕ ਬਣਾਂਗਾ ਤੇ ਤੇਰਾ ਕਾਰਜ ਜਿਹੜਾ ਨਾ ਛੇਤੀ ਬਣ ਜਾਵੇਗਾ। ਤਜ ਕਸ਼ਟ ਵਡੇਰਾ, ਜਿਹੜਾ ਤੂੰ ਵੱਡਾ ਕਸ਼ਟ ਦੁੱਖ ਪਾ ਰਿਹਾ ਨਾ ਗੁਰਤਾ ਗਤੀ ਤੋਂ ਵਾਂਝਾ ਰਹਿ ਕੇ, ਉਹ ਦੁੱਖ ਫਿਰ ਤੂੰ ਛੱਡ ਦੇਵੇਂਗਾ, ਉਸ ਦੁੱਖ ਤੋਂ ਬਚ ਜਾਵੇਂਗਾ। ਮੈਂ ਜੇ ਸਹਾਇਕ ਹੋਇਓ ਤੇਰਾ, ਜੇਕਰ ਮੈਂ ਤੇਰਾ ਸਹਾਇਕ ਮਦਦਗਾਰ ਬਣਿਆ ਨਾ, ਬਣੇ ਕਾਜ ਤੇਰਾ ਕੰਮ ਬਣ ਜਾਵੇਗਾ। ਤਜ ਕਸ਼ਟ ਬਟੇਰਾ, ਤੇਰਾ ਸਾਰਾ ਕਸ਼ਟ ਦੁੱਖ ਮੁੱਕ ਜਾਵੇਗਾ। ਇਤਿਆਦਿਕ ਲਿਖ ਚਾਰ ਪਠਾਵਾ ਮਿਲੋ ਆਨ ਕਹੋ ਜਿਮ ਗਹਿ ਜਾਵਾ। ਇਤਿਆਦਿਕ ਜਿਹੜੇ ਸ਼ਬਦ ਲਫ਼ਜ਼ ਸਨ ਚਿੱਠੀ ਪੱਤਰਕਾ ਵਿੱਚ ਲਿਖ ਕਰਕੇ ਫਿਰ ਉਸ ਚਾਰ ਹਲਕਾਰੇ ਡਾਕੀਏ ਨੂੰ ਪੰਜਾਬ ਵਾਲੇ ਪਾਸੇ ਨੂੰ ਭੇਜਿਆ ਕਿ ਤੂੰ ਛੇਤੀ ਨਾਲ ਜਾ ਕਰਕੇ ਚੰਦੂ ਨੂੰ ਮਿਲੋ ਆਣ ਕਹੋ ਜਿਮ ਗਹਿ ਜਾਵਾ, ਤੇ ਨਾਲ ਜ਼ਬਾਨੀ ਕਲਾਮੀ ਕਹਿ ਦਵੇਂ ਕਿ ਤੂੰ ਮੈਨੂੰ ਆ ਕੇ ਮਿਲ, ਤੇ ਜਿਵੇਂ ਜਿਸ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਨੂੰ ਫੜਿਆ ਜਾਵੇ। ਪੰਥ ਉਲੰਘਤ ਕੋਠੇ ਆਇਓ ਮਿਲ ਪ੍ਰਿਥੀਏ ਸੋ ਸਕਲ ਸੁਨਾਇਓ। ਦਿੱਲੀ ਤੋਂ ਚੱਲਿਆ ਹਲਕਾਰਾ, ਸਾਰਾ ਪੰਥ ਰਾਹ ਪੈਂਡਾ ਤੈਅ ਕਰਦਾ, ਮੰਜ਼ਲਾ ਮਾਰਦਾ ਹੋਇਆ ਆ ਕੋਠੇ ਨਗਰ ਮਾਲਵੇ ਦੀ ਧਰਤੀ ਤੇ ਕੋਠੇ ਪਿੰਡ ਪਹੁੰਚਾ। ਪ੍ਰਿਥੀ ਚੰਦ ਨੂੰ ਮਿਲ ਕੇ ਸਾਰਾ ਹਾਲ ਸੁਣਾਇਆ। ਤੋਬਦਿਸ਼ ਤੇ ਮੈਂ ਬਹੁ ਸਮਝਾਇਓ ਸੁਨ ਹਰਖਿਓ ਅਬ ਨਿਕਟ ਬੁਲਾਇਓ। ਕੀ ਆਖਿਆ ਉਸ ਹਲਕਾਰੇ ਨੇ? ਉਹ ਹਲਕਾਰਾ ਕਹਿਣ ਲੱਗਾ, ਪ੍ਰਿਥੀ ਚੰਦ ਜੀ, ਤੁਵ ਦਿਸ਼ ਤੇ ਤੁਹਾਡੀ ਦਿਸ਼, ਤੁਹਾਡੀ ਤਰਫੋਂ ਤੁਹਾਡੇ ਵੱਲੋਂ ਜਾ ਕੇ ਨਾ ਮੈਂ ਚੰਦੂ ਨੂੰ ਬਹੁਤ ਤਰ੍ਹਾਂ ਨਾਲ ਸਮਝਾਇਆ, ਕਿਉਂਕਿ ਪੱਠੇ ਜੋ ਪੈ ਗਏ ਸਨ, ਖੁਰਾਕ ਜੋ ਮਿਲ ਗਈ ਸੀ, ਵੱਡੀ ਜੋ ਦੇ ਦਿੱਤੀ ਸੀ, ਤੇ ਸਮਝਾਉਣਾ ਤਾਂ ਆਪੇ ਹੀ ਸੀ। ਤੁਹਾਡੀ ਤਰਫੋਂ ਜਾ ਕੇ ਮੈਂ ਬਹੁਤ ਸਾਰਾ ਸਮਝਾਇਆ, ਤੇ ਸੁਣ ਕਰਕੇ ਚੰਦੂ ਬੜਾ ਖੁਸ਼ ਹੋਇਆ ਜੇ। ਤੇ ਅਬ ਨਿਕਟ ਬੁਲਾਵਾ, ਹੁਣ ਤੁਹਾਨੂੰ ਉਹਨੇ ਆਪਣੇ ਨਿਕਟ ਆਪਣੇ ਕੋਲ ਬੁਲਾਇਆ, ਸੱਦਿਆ ਹੈ। ਮਿਲੋ ਦੋਹਨ ਕੋ ਸੁਧਰੈ ਕਾਜੂ ਉਠੋ ਚਰਨ ਧਰ ਮਗ ਮੈਂ ਆਜੂ। ਤੇ ਤੁਸੀਂ ਜਾ ਕੇ ਹੁਣ ਚੰਦੂ ਨੂੰ ਮਿਲੋ, ਦੋਨ ਕੋ ਸੁਧਰੇ ਕਾਜੂ, ਤੁਹਾਡਾ ਦੋਵਾਂ ਦਾ ਹੀ ਕੰਮ ਸੁਧਰ ਜਾਵੇਗਾ।
ਇਹ ਨਹੀਂ ਸੀ ਪਤਾ ਕਿ ਦੋਵਾਂ ਦਾ ਹੀ ਬੇੜਾ ਗਰਕ ਹੋ ਜਾਏਗਾ। ਤੇ ਹਲਕਾਰਾ ਕਹਿਣ ਲੱਗਾ ਤੁਹਾਡਾ ਦੋਵਾਂ ਦਾ ਹੀ ਕੰਮ ਸੌਰ ਜਾਵੇਗਾ, ਬਸ ਜਾ ਕੇ ਇੱਕ ਵਾਰੀ ਦੀਵਾਨ ਨੂੰ ਮਿਲੋ ਸਹੀ ਤੇ ਤੁਹਾਡਾ ਕੰਮ ਸਫਲ ਹੋ ਜਾਣਾ ਹੈ। ਉਠੋ ਚਰਨ ਧਰ ਮਗ ਮਹਿ ਆਜੂ, ਉਠੋ ਇਹ ਕੰਮ ਕਰਨ ਲੱਗਿਆਂ ਤੁਸੀਂ ਢੇਰ ਨਾ ਕਰੋ, ਆਲਸ ਨਾ ਕਰੋ, ਹੁਣੇ ਹੀ ਉਠੋ। ਉਠੋ ਚਰਨ ਧਰ ਮਗ ਮੈਂ ਆਜੂ, ਅੱਜ ਹੀ ਹੁਣੇ ਤੁਰ ਪਓ ਤੇ ਰਸਤੇ ਵਿੱਚ ਆਪਣੇ ਪੈਰ ਧਰਨਾ ਕਰੋ। ਭਾਵ ਕਿ ਹੁਣੇ ਹੀ ਤੁਸੀਂ ਸਫ਼ਰ ਵਿੱਚ ਪੈ ਜਾਵੋ, ਹੁਣੇ ਹੀ ਪੈਂਡਾ ਤੈਅ ਕਰਨਾ ਸ਼ੁਰੂ ਕਰੋ। ਨਹਿ ਬੂਝੋ ਪਾਂਦਾ ਚੱਲ ਪਰੀਐ, ਆਪਨ ਮਨੋਰਥ ਪੂਰਨ ਕਰੀਐ। ਤੇ ਆਹ ਕੰਮ ਕਰਨ ਲੱਗਿਆ ਪਾਂਦਾ ਨਾ ਸੱਦ ਕੇ ਬੈਠ ਜਾਇਓ ਕਿ ਪਾਂਦਾ ਆ ਕੇ ਦੱਸੇਗਾ ਕਿ ਕਦੋਂ ਜਾਣਾ ਹੈ। ਕੋਈ ਦਿਨ ਵਾਰ ਵਿਚਾਰਨ ਦੀ ਲੋੜ ਨਹੀਂ, ਪਾਂਦਾ ਪੁੱਛਣ ਦੀ ਲੋੜ ਨਹੀਂ ਹੈ। ਕਿਉਂਕਿ ਲੋਕ ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ 'ਚ ਬੜੇ ਫਸੇ ਨੇ। ਕੋਈ ਕੰਮ ਕਰਨਾ ਹੋਵੇ ਜੀ ਪਾਂਦੇ ਨੂੰ ਪੁੱਛ ਲਓ। ਤਾਂ ਇਹ ਬਾਬਾ ਕਬੀਰ ਸਾਹਿਬ ਨੇ ਕਿਹਾ ਸੀ ਕਿ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੇ ਪਚ ਮੁਆ, ਚਾਰੋਂ ਬੇਤੋਂ ਮਾਹ। ਉਹ ਬਾਹਮਣ ਪਾਂਦੇ ਹੁੰਦੇ ਸਨ, ਦੱਸਦੇ ਸਨ ਕਿ ਆਹ ਕੰਮ ਇਸ ਤਰ੍ਹਾਂ ਕਰੋ। 27 ਨਛੱਤਰ ਹਨ, 12 ਰਾਸ਼ੀਆਂ ਹਨ, 9 ਗ੍ਰਹਿ ਹਨ, 4 ਦਿਸ਼ਾਵਾਂ ਇਹਨਾਂ ਦਾ ਹਿਸਾਬ ਕਿਤਾਬ ਲਾਉਣਾ ਪਾਂਦਿਆਂ ਦਾ ਕੰਮ। ਸੋ ਪਾਂਦੇ ਨੂੰ ਪੁੱਛਣ ਦੀ ਲੋੜ ਨਹੀਂ ਜੇ, ਬਸ ਇਹ ਬੜਾ ਭਲਾ ਕੰਮ ਜੇ। ਚੱਲ ਪਰੀਏ ਹੁਣੇ ਹੀ ਤੁਰ ਪਵੋ ਤੇ ਆਪਣੇ ਮਨ ਦਾ ਮਨੋਰਥ ਜਿਹੜਾ ਹੈ ਪੂਰਾ ਕਰੋ। ਸੋਨ ਪ੍ਰਿਥੀਏ ਨਹਿ ਬਿਲਮ ਲਗਾਈ, ਬੜਵਾ ਪਰ ਕਾਠੀ ਬੰਦਵਾਈ। ਸੁਣ ਕਰਕੇ ਪ੍ਰਿਥੀਏ ਨੇ ਭਾਈ ਸਾਹਿਬ ਕਹਿੰਦੇ ਨਹਿ ਬਿਲਮ ਲਗਾਈ। ਬਿਲਮ ਹੁੰਦੀ ਡੇਰੀ, ਪ੍ਰਿਥੀ ਚੰਦ ਨੇ ਡੇਰੀ ਨਹੀਂ ਲਾਈ। ਬੜਵਾ ਹੁੰਦੀ ਘੋੜੀ, ਘੋੜੇ ਦੇ ਉੱਪਰ ਕਾਠੀ ਬੰਧਵਾਈ, ਕਾਠੀ ਬਣਵਾ ਲਈ, ਘੋੜੀ ਤੇ ਕਾਠੀ ਪਵਾ ਲਈ। ਮਿਹਰਬਾਨ ਸੋ ਕਰ ਕਰ ਪਿਆਰੂ, ਛੋਰਿਓ ਕਰ ਚੌਕਸ ਪਰਵਾਰੂ। ਤੇ ਮਿਹਰਬਾਨ ਨੂੰ ਨਾ ਪਿੱਛੇ ਪਿਆਰ ਕਰ ਕਰਕੇ ਛੱਡ ਦਿੱਤਾ ਕਿ ਬੇਟਾ ਤੂੰ ਇੱਥੇ ਕੋਠੇ ਨਗਰ ਵਿੱਚ ਹੀ ਰਹਿ। ਤੇ ਪਰਿਵਾਰ ਸਾਰੇ ਨੂੰ ਚੌਕਸ ਕਰ ਦਿੱਤਾ ਕਿ ਸ਼ਾਇਦ ਕਿਤੇ ਤੋਪਾਂ ਟੈਂਕਾਂ ਲੈ ਕੇ ਗੁਰੂ ਅਰਜਨ ਦੇਵ ਕੋਠੇ ਪਿੰਡ ਤੇ ਹਮਲਾ ਹੀ ਨਾ ਕਰ ਦੇਵੇ। ਅਸਲ ਵਿੱਚ ਪ੍ਰਿਥੀ ਚੰਦ ਦੇ ਪਾਪ ਉਸ ਨੂੰ ਡਰਾਉਂਦੇ ਸਨ। ਬਾਣੀ ਦਾ ਵਚਨ ਹੈ ਸੋ ਡਰੈ ਜੇ ਪਾਪ ਕਮਾਵੰਦਾ, ਧਰਮੀ ਵਿਗਸੇਤ। ਧਰਮੀ ਬੰਦਾ ਸਦਾ ਖੇੜੇ ਵਿੱਚ ਪ੍ਰਸੰਨ ਰਹਿੰਦਾ, ਡਰਦਾ ਉਹ ਹੈ ਜਿਹਦੇ ਅੰਦਰਲੇ ਪਾਪ ਜਿਸ ਨੂੰ ਸਤਾਉਂਦੇ ਹੋਣ। ਪਾਪ ਹੀ ਬੰਦੇ ਨੂੰ ਟਿਕਣ ਨਹੀਂ ਦਿੰਦੇ। ਇੰਦਰਾ ਗਾਂਧੀ ਦੀ ਉਹ ਕਿਤੇ ਸਪੀਚ ਸੁਣ ਕੇ ਵੇਖਣੀ, ਉਹ ਆਪ ਆਪਣੇ ਮੂੰਹ ਦੱਸ ਰਹੀ ਹੈ। ਤੇ ਜਿਨ੍ਹਾਂ ਬੰਦਿਆਂ ਨੇ ਉਹ ਗੱਲਬਾਤ ਸੁਣੀ ਉਹ ਵੀ ਦੱਸਦੇ ਸਨ ਕਿ ਉਹਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਉਹ ਬੜੀ ਡਰੀ ਰਹਿੰਦੀ, ਘਬਰਾਈ ਰਹਿੰਦੀ ਸੀ। ਮੌਤ ਤੋਂ ਕੁਛ ਦਿਨ ਪਹਿਲਾਂ ਇਉਂ ਜਾਪਦਾ ਸੀ ਕਿ ਮੌਤ ਦਾ ਸਾਇਆ ਉਹਦੇ ਨਾਲ ਨਾਲ ਫਿਰਦਾ ਹੋਵੇ। ਅਸਲ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ 'ਤੇ ਕੀਤਾ ਹੋਇਆ ਜ਼ੁਲਮ, ਕਮਾਏ ਹੋਏ ਪਾਪ ਹੀ ਉਸ ਨੂੰ ਸੌਣ ਨਹੀਂ ਸਨ ਦਿੰਦੇ। ਤਾਈਏ ਕਿਹਾ ਜਾਂਦਾ ਕਿ ਪਾਪੀ ਕੋ ਮਾਰਨੇ ਕੇ लिए ਪਾਪ ਮਹਾਬਲੀ ਹੈ। ਪਾਪੀਆਂ ਨੂੰ ਮਾਰਨ ਵਾਸਤੇ ਪਾਪ ਫਿਰ ਮਹਾਬਲੀ ਦਾ ਰੂਪ ਧਾਰਨ ਕਰ ਲੈਂਦਾ ਹੈ। ਪਾਪ ਬੁਰਾ ਹੈ, ਬੁਰਾ ਪਰ ਪਾਪੀ ਕੋ ਪਿਆਰਾ। ਪਾਪ ਲੱਦੇ ਪਾਪੇ ਪਸਾਰਾ, ਪਰ ਹਰ ਪਾਪ ਪਛਾਣੇ ਆਪ। ਜਿੰਨਾ ਚਿਰ ਬੰਦਾ ਪਾਪ ਨੂੰ ਪਰਹਰ ਨਹੀਂ ਕਰਦਾ, ਛੱਡਦਾ ਨਹੀਂ, ਉਹਨਾਂ ਚਿਰ ਆਪਣੇ ਆਪੇ ਦੀ ਪਛਾਣ ਹੀ ਨਹੀਂ ਹੋ ਸਕਦੀ। ਸੋ ਇਹ ਪਾਪ ਕਰਮ ਕਰਨ ਵਾਸਤੇ ਪ੍ਰਿਥੀ ਚੰਦ ਨੇ ਢੇਰ ਨਹੀਂ ਲਾਈ, ਘੋੜੀ ਤੇ ਕਾਠੀ ਪਵਾ ਲਈ। ਬਾਣੀ ਦਾ ਬਚਨ ਹੈ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਚੰਗਾ ਕੰਮ ਕਰਨ ਲੱਗਿਆਂ ਆਲਕ ਆਲਸ ਬੰਦਾ ਕਰਦਾ, ਤੇ ਬੁਰਾ ਕੰਮ ਕਰਨਾ ਹੋਵੇ ਤੇ ਸ਼ੇਰ ਬਣ ਜਾਂਦਾ ਹੈ। ਬੜਾ ਹੁਸ਼ਿਆਰ ਬੰਦਾ ਬੁਰਾ ਕੰਮ ਕਰਨ ਲੱਗਿਆਂ। ਪਰ ਸਾਹਿਬਾਂ ਤਾਂ ਕਿਹਾ ਹੈ ਕਿ ਭਾਈ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਪਾਪ ਦਾ ਕਰਮ ਕਰਨ ਵਾਸਤੇ ਤੁਰੇ ਹੋ ਤੇ ਜਿੰਨਾ ਲੇਟ ਹੋ ਜਾਵੋ, ਜਿੰਨੀ ਦੇਰੀ ਹੋ ਜਾਵੇ, ਵਿਲੰਬ ਲੱਗ ਜਾਵੇ, ਓਨਾ ਹੀ ਚੰਗਾ। ਹੋ ਸਕਦਾ ਪਾਪ ਕਰਮ ਕਰਨ ਤੋਂ ਟਾਈਮ ਟੱਪ ਜਾਵੇ, ਲੰਘ ਜਾਵੇ, ਤੁਸੀਂ ਪਾਪ ਕਰਮ ਕਰਨ ਤੋਂ ਬਚ ਜਾਵੋ। ਪਰ ਧਰਮ ਦਾ ਕਰਮ ਕਰਨ ਲੱਗਿਆਂ ਦੇਰੀ ਨਹੀਂ ਲਾਉਣੀ। ਨਹਿ ਬਿਲੰਬ ਧਰਮੰ, ਧਰਮ ਕਰ ਕਮਾਉਣ ਲੱਗਿਆਂ, ਧਰਮ ਦਾ ਕਾਰਜ ਕਰਨ ਲੱਗਿਆਂ ਬਿਲੰਬ ਨਹੀਂ ਲੱਗਣੀ ਚਾਹੀਦੀ। ਪਰ ਭਾਈ ਸਾਹਿਬ ਕਹਿੰਦੇ ਸੁਣ ਪ੍ਰਿਥੀਏ ਨੇ ਬਿਲਮ ਲਗਾਈ, ਡੇਰੀ ਲਾਈ ਨਹੀਂ, ਘੋੜੀ ਤੇ ਕਾਠੀ ਪਵਾ ਲਈ। ਤੇ ਮਿਹਰਬਾਨ ਦਾ ਮੂੰਹ ਮੱਥਾ ਚੁੰਮਦਿਆਂ ਹੋਇਆਂ ਪਰਿਵਾਰ ਨੂੰ ਚੌਕਸ ਕਰ ਦਿੱਤਾ ਕਿ ਤੁਸੀਂ ਹੁਸ਼ਿਆਰ ਰਹੋ।
ਅਬ ਕੀ ਜਾਏ ਲੇ ਹਉ ਗਾਦੀ, ਸ਼ਾਹ ਦੀਵਾਨ ਭਇਓ ਬਹੁ ਬਾਦੀ। ਪਰਿਵਾਰ ਨੂੰ ਬੜਾ ਵਿਸ਼ਵਾਸ ਦਿਵਾਇਆ ਕਿ ਅਬ ਕੇ ਜਾਏ, ਹੁਣ ਦੇ ਗਿਆਨ ਨਾ ਮੈਂ ਗੁਰਤਾ ਗਦੀ ਜ਼ਰੂਰ ਹੀ ਲੈ ਲੈਣੀ ਹੈ। ਇਹਨੂੰ ਇਹ ਨਹੀਂ ਸੀ ਪਤਾ ਕਿ ਮੇਰਾ ਸਮਾਂ ਅੰਤਲਾ ਬਿਲਕੁਲ ਨੇੜੇ ਆ ਰਿਹਾ ਹੈ ਤੇ ਜ਼ਿੰਦਗੀ ਜਿਹੜੀ ਬੜੀ ਥੋੜ੍ਹੀ ਹੈ। ਹਰ ਬੰਦੇ ਦੀ ਆਤਮਾ ਆਵਾਜ਼ ਦਿੰਦੀ ਹੈ ਸਿਮਰਨ ਕਰਨ ਵਾਸਤੇ, ਭਜਨ ਕਰਨ ਵਾਸਤੇ, ਔਗਣਾ ਤੋਂ ਬਚਣ ਵਾਸਤੇ। ਭਾਵੇਂ ਕੋਈ ਕਿੰਨਾ ਵੀ ਪਾਪੀ ਹੋਵੇ, ਪਰ ਬੰਦਾ ਉਸ ਆਵਾਜ਼ ਨੂੰ ਅਣਗੌਲਿਆਂ ਕਰਦਾ ਹੈ। ਤੇ ਪਿੱਛੇ ਆਇਆ ਸੀ ਪ੍ਰਿਥੀ ਚੰਦ ਨੂੰ ਆਪਣੇ ਮਨ 'ਚੋਂ ਖਿਆਲ ਪੈਦਾ ਹੋਇਆ ਸੀ ਕਿ ਜਿਵੇਂ ਸੁਲੀ ਖਾਂ ਅਚਾਨਕ ਮਰ ਗਿਆ, ਕਿਤੇ ਮੇਰੇ ਨਾਲ ਇਹ ਭਾਣਾ ਨਾ ਵਰਤ ਜਾਵੇ। ਇਹ ਉਹੀ ਆਵਾਜ਼ ਸੀ ਜਿਹੜੀ ਆਤਮਾ ਦੀ ਆਵਾਜ਼ ਉਸ ਨੂੰ ਦੱਸਦੀ ਸੀ, ਪਰ ਉਸਨੇ ਉਸ ਨੂੰ ਅਣਗੌਲਿਆਂ ਕਰ ਦਿੱਤਾ, ਇਗਨੋਰ ਕਰ ਦਿੱਤਾ ਤੇ ਉਸ ਨੂੰ ਸਮਝਿਆ ਨਾ। ਸੋ ਭਾਈ ਸਾਹਿਬ ਕਹਿੰਦੇ ਆਪਣੇ ਪਰਿਵਾਰ ਨੂੰ ਵਿਸ਼ਵਾਸ ਤੇ ਭਰੋਸਾ ਦੇ ਕੇ ਤੁਰਿਆ ਕਿ ਬਸ ਹੁਣ ਦੀ ਵਾਰ ਗਿਆ ਨਾ, ਮੈਂ ਗੁਰਤਾ ਗੱਦੀ ਤੇ ਬਹਿ ਹੀ ਜਾਵਾਂਗਾ, ਗੁਰਤਾ ਗੱਦੀ ਲੈ ਲਵਾਂਗਾ। ਕਿਉਂਕਿ ਸ਼ਾਹ ਬਾਦਸ਼ਾਹ ਜਹਾਂਗੀਰ ਦਾ ਜਿਹੜਾ ਦੀਵਾਨ ਹੈ ਭਇਓ ਬਹੁ ਬਾਦੀ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬੜਾ ਵੈਰੀ ਬਣਿਆ ਹੈ। ਕਹਿ ਇਤਿਆਦਿਕ ਕਰਮੋ ਸੰਗ, ਧੀਰਜ ਦੀ ਘਰ ਚੱਲਿਓ ਉਮੰਗ। ਪ੍ਰਿਥੀ ਚੰਦ ਦੀ ਬੇੜੀ ਵਿੱਚ ਵੱਟੇ ਪਾਉਣ ਵਾਲੀ ਅਸਲ ਵਿੱਚ ਉਸਦੀ ਜੀਵਨ ਸਾਥੀ ਕਰਮੋਂ ਹੀ ਸੀ। ਮਾੜਾ ਸਾਥ ਲੈ ਡੁੱਬਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅੰਧਾ ਆਗੂ ਜੇ ਥੀਐ ਸਭ ਸਾਥ ਮੁਹਾਵੇ। ਆਗੂ ਅੰਨਾ ਹੋਵੇ ਤੇ ਸਾਰੇ ਸਾਥ ਨੂੰ ਲੈ ਡੁੱਬਦਾ ਹੈ। ਮਾੜਾ ਸਾਥ ਟੱਕਰ ਜਾਵੇ ਤੇ ਉਹਦੇ ਕਾਰਨ ਜੀਵਨ ਬਰਬਾਦ ਹੋ ਜਾਂਦਾ। ਇਹ ਬਾਣੀ ਦਾ ਬਚਨ ਹੈ, ਭਾਈ ਧੰਨ ਬਾਬਾ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਕਿ ਕਬੀਰ ਚਾਵਲ ਕਾਰਨੇ ਦੁੱਖ ਕੋ ਮੋਲੀ ਲਾਏ, ਸੰਗ ਕੋ ਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਤੁਸੀਂ ਭਾਵੇਂ ਪਾਪ ਕੋਈ ਨਹੀਂ ਨਾ ਕੀਤਾ, ਪਰ ਪਾਪੀ ਦੇ ਕੋਲ ਬੈਠੇ ਜੇ ਤੇ ਤੁਹਾਡੀ ਫਿਰ ਵੀ ਤਰੀਕ ਪੈ ਜਾਣੀ ਹੈ। ਤੁਹਾਨੂੰ ਧਰਮ ਰਾਜਾ ਨੇ ਪੁੱਛਣਾ ਕਿ ਉੱਥੇ ਬੈਠੇ ਕੀ ਕਰਦੇ ਸੀ, ਤੁਹਾਡਾ ਉੱਥੇ ਕੰਮ ਕੀ ਸੀ। ਉਹ ਤਾਂ ਪਾਪੀ ਸੀ ਤੇ ਤੁਸੀਂ ਉਹਦੇ ਲਾਗੇ ਕਿਉਂ ਬੈਠੇ ਸੀ। ਤੇ ਜਦੋਂ ਪਾਪੀ ਦੇ ਲਾਗੇ ਬੈਠੋਗੇ ਤੇ ਪਾਪੀ ਕੋਈ ਨਾ ਕੋਈ ਸਲਾਹ ਦੇ ਹੀ ਦਿੰਦਾ ਹੁੰਦਾ ਹੈ। ਇਸੇ ਵਾਸਤੇ ਕਿਹਾ ਕਿ ਜੋ ਨਾ ਭਜੰਤੇ ਨਾਰਾਇਣਾ ਤਿਨ ਕਾ ਮੈਂ ਨਾ ਕਰੂੰ ਦਰਸ਼ਨ। ਇਹੋ ਜਿਹੇ ਬੰਦਿਆਂ ਦੇ ਮੱਥੇ ਨਹੀਂ ਲੱਗਣਾ ਚਾਹੀਦਾ ਜਿਹੜੇ ਰੱਬ ਦੀ ਹੋਣ ਤੋਂ ਮੁਨਕਰ ਨੇ, ਰੱਬ ਦਾ ਨਾਮ ਨਹੀਂ ਜਪਦੇ। ਪ੍ਰਿਥੀ ਚੰਦ ਨੇ ਇਹ ਸਾਰੀ ਗੱਲ ਆਪਣੇ ਪਰਿਵਾਰ ਨੂੰ ਸਮਝਾਈ ਤੇ ਕਰਮੋਂ ਨੂੰ ਖਾਸ ਕਰਕੇ ਆਖਿਆ, ਜਿਹਦੇ ਬੜੀ ਢਿੱਡ ਪੀੜ ਹੋਈ ਸੀ ਜਦੋਂ ਸੋਹਣੇ ਦੁਸ਼ਾਲੇ ਕੋਠੇ ਤੇ ਸੁੱਕਣੇ ਪਾਏ ਵੇਖੇ। ਤੇ ਪ੍ਰਿਥੀ ਚੰਦ ਦੀ ਉਹਨੇ ਕਲਾਸ ਲਾ ਦਿੱਤੀ ਕਿ ਤੂੰ ਚੱਜਦਾ ਹੁੰਨੋ ਤੇ ਗੁਰਤਾ ਗੱਦੀ ਤੈਨੂੰ ਨਾ ਮਿਲਦੀ। ਤੇ ਕਰਮੋਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਕੇਵਲ ਸੰਸਾਰੀ ਸ਼ੁਭ ਕਰਮ ਕਰਨ ਨਾਲ ਗੁਰਤਾ ਗੱਦੀ ਪ੍ਰਾਪਤ ਨਹੀਂ ਹੁੰਦੀ। ਇਹ ਧੁਰੋਂ ਹੁੰਡੀ ਹੁੰਦੀ ਹੈ, ਇਹ ਧੁਰ ਦਰਗਾਹ ਤੋਂ ਬਖਸ਼ਿਸ਼ ਹੁੰਦੀ ਹੈ। ਕਰਮੋਂ ਦੇ ਤਾਈ ਜੀਵਨ ਸਾਥਨ ਦੇ ਤਾਈ ਕਹਿ ਕਰਕੇ ਸਾਰਾ ਸਮਝਾ ਕੇ ਤੇ ਧੀਰਜ ਦੇ ਕੇ ਦਿੱਲੀ ਦੇ ਰਾਹ ਤੇ ਤੁਰ ਪਿਆ। ਚੱਲੇ ਦੂਰ ਮਗ ਬਾਸੁਰ ਸਾਰੀ, ਨਿਸ ਮਹਿ ਬਸੈ ਕੁਕਰਮ ਚਿਤਾਰੀ। ਦਿੱਲੀ ਦਾ ਰਸਤਾ ਭਾਈ ਸਾਹਿਬ ਕਹਿੰਦੇ ਦੂਰ ਦਾ ਮਾਰਗ। ਉਸ ਸਮੇਂ ਰਾਹ ਪੈਂਡੇ ਦੂਰ ਦੇ ਸਨ, ਕੱਚੇ ਬਹੁਤੇ ਰਾਹ ਹੁੰਦੇ ਸਨ, ਵਿਖੜੇ ਪੈਂਡੇ ਸਨ, ਘੋੜੀਆਂ ਰੇੜਿਆਂ ਗੱਡੀਆਂ ਦੀਆਂ ਸਵਾਰੀਆਂ ਹੋਇਆ ਕਰਦੀਆਂ ਸਨ, ਅੱਜ ਵਰਗੇ ਸਾਧਨ ਨਹੀਂ ਸਨ। ਇਸ ਵਾਸਤੇ ਚੱਲੇ ਦੂਰ ਮਗ ਬਾਸਰ ਸਾਰਾ ਦਿਨ ਪ੍ਰਿਥੀ ਚੰਦ ਕਹਿੰਦੇ ਘੋੜੀ ਭਜਾਈ ਜਾਂਦਾ ਕਿ ਜਿਵੇਂ ਬਸ ਹੁਣ ਕੱਲ੍ਹ ਨੂੰ ਹੀ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਹਿ ਜਾਣਾ ਹੈ। ਭਾਈ ਸਾਹਿਬ ਕਹਿੰਦੇ ਵਾਹੋ ਦਾਹੀ ਸਾਰਾ ਦਿਨ ਪੈਂਡਾ ਤੈਅ ਕਰਦਾ ਜਾਂਦਾ। ਤੇ ਨਿਸ ਮੈਂ ਜਦੋਂ ਰਾਤ ਕਿਤੇ ਆਰਾਮ ਕਰਦਾ ਨਾ, ਉਦੋਂ ਵੀ ਨੀਂਦ ਨਹੀਂ ਪੈਂਦੀ। ਉਦੋਂ ਕੀ ਸੋਚਦਾ ਰਹਿੰਦਾ, ਕੁਕਰਮ ਚਿਤਾਰੇ, ਖੋਟੇ ਕਰਮ ਰਾਤ ਨੂੰ ਚੇਤੇ ਕਰਦਾ। ਤਾਈਏ ਬਾਣੀ 'ਚ ਲਿਖਿਆ ਨਾ 100 ਉਲਾਮੇ ਦਿਨੇ ਕਹਿ ਰਾਤੀ ਮਿਲਨ ਸਹੰਸ, ਸਿਵਤ ਸਲਾਹਨ ਛੱਡ ਕੇ ਕੁਰੰਗੀ ਲੱਗਾ ਹੰਸ। ਦਿਨੇ ਪਾਪ ਕਰਮ ਕਰਨ ਦੇ ਸਾਹਿਬ ਕਹਿੰਦੇ 100 ਉਲਾਮੇ ਮਿਲਦੇ ਤੇ ਰਾਤ ਨੂੰ ਕਰਦੇ ਹਜ਼ਾਰਾਂ ਹੀ। ਗੁਨਾਹਾਂ ਦੇ ਜਿਹੜੇ ਉਲਾਮੇ ਉਹ ਹਜ਼ਾਰਾਂ ਦੀ ਤਾਦਾਦ 'ਚ ਹੋ ਜਾਂਦੇ ਹਨ। ਰਾਤ ਨੂੰ ਜ਼ਿਆਦਾ ਪਾਪ ਹੈ। ਸੋ ਇਸ ਵਾਸਤੇ ਸਾਰਾ ਦਿਨ ਤਾਂ ਰਸਤੇ ਵਿੱਚ ਰਹਿੰਦਾ, ਤੁਰਿਆ ਜਾਂਦਾ ਹੈ। ਥੱਕ ਹੰਬ ਕੇ ਰਾਤ ਜਦੋਂ ਕਿਤੇ ਆਰਾਮ ਕਰਦਾ, ਉਦੋਂ ਵੀ ਅੱਖਾਂ 'ਚ ਨੀਂਦ ਨਹੀਂ ਪੈਂਦੀ। ਉਦੋਂ ਵੀ ਰਾਤ ਨੂੰ ਰਾਤ ਪਿਆ ਹੋਇਆ ਖੋਟੇ ਕਰਮ ਚਿਤਾਰੇ,
ਬਸੇ ਕੁਕਰਮ ਚਿਤਾਰੇ। ਰਾਤ ਦੇ ਸਮੇਂ ਵਸ ਕੇ ਭੈੜੇ ਤੇ ਖੋਟੇ ਬੁਰੇ ਕਰਮ ਕਰਨ ਵਾਸਤੇ ਸੋਚਦਾ ਰਹਿੰਦਾ ਹੈ। ਥੋਰਨ ਦਿਨ ਮਹਿ ਦਿੱਲੀ ਗਇਓ, ਪ੍ਰਭ ਸਿਓ ਕਿਤ ਨਿਵੇਸ਼ ਕਰ ਦਿਓ। ਚਲਦਾ ਚਲਦਾ ਥੋੜੇ ਦਿਨਾਂ ਵਿੱਚ ਹੀ ਭਾਈ ਸਾਹਿਬ ਕਹਿੰਦੇ ਦਿੱਲੀ ਜਾ ਪਹੁੰਚਾ ਤੇ ਜਾ ਕੇ ਕਿਤ ਨਿਵੇਸ਼ ਕਿਸੇ ਥਾਂ ਤੇ ਨਿਵੇਸ਼ ਦਾ ਅਰਥ ਘਰ ਹੁੰਦਾ, ਕਿਸੇ ਘਰ ਵਿੱਚ ਜਾ ਕੇ ਇਸਨੇ ਆਪਣਾ ਪੜਾ ਲਾਇਆ। ਪਠਿਓ ਦਾਸ ਤਬ ਚੰਦੂ ਪਾਸ, ਆਇਓ ਮੈਂ ਉਰ ਧਰੇ ਹੁਲਾਸ। ਚੰਦੂ ਦੇ ਕੋਲ ਆਪਣਾ ਦਾਸ ਸੇਵਾਦਾਰ ਘੱਲਿਆ ਕਿ ਮੈਂ ਹੁਣ ਬੜੀ ਆਸ ਖੁਸ਼ੀ ਹਿਰਦੇ 'ਚ ਧਾਰਨ ਕਰਕੇ, ਹੁਲਾਸ ਹੁੰਦਾ ਮਨ ਦਾ ਹੁਲਾਸ, ਮਨ ਦਾ ਖੇੜਾ, ਮੈਂ ਹਿਰਦੇ 'ਚ ਬੜੀ ਖੁਸ਼ੀ ਧਾਰਨ ਕਰਕੇ ਤੁਹਾਡੇ ਪਾਸ ਦਿੱਲੀ ਆ ਪਹੁੰਚਾ ਹਾਂ। ਸੁਨ ਸੁਧ ਕੋ ਨਿਜ ਨਿਕਟ ਬੁਲਾਇਓ, ਜਾਏ ਦਾਸ ਨੇ ਤਬੈ ਸੁਨਾਇਓ। ਦੁਸ਼ਟ ਚੰਦੂ ਨੇ ਜਦੋਂ ਇਹ ਖਬਰ ਸੁਣੀ ਕਿ ਪ੍ਰਿਥੀ ਚੰਦ ਆ ਪਹੁੰਚਾ ਹੈ, ਉਹਨੇ ਉਸੇ ਸਮੇਂ ਹੀ ਸੇਵਾਦਾਰ ਨੂੰ ਘੱਲ ਕੇ ਨਿਕਟ ਬੁਲਾਇਓ, ਆਪਣੇ ਕੋਲ ਸੱਦ ਲਿਆ। ਤੇ ਦਾਸ ਸੇਵਾਦਾਰ ਨੇ ਜਾ ਕੇ ਪ੍ਰਿਥੀ ਚੰਦ ਨੂੰ ਖਬਰ ਦਿੱਤੀ ਕਿ ਤੁਹਾਨੂੰ ਚੰਦੂ ਨੇ ਆਪਣੇ ਕੋਲ ਬੁਲਾਇਆ ਹੈ। ਗਮਨੋ ਤੁਰਤ ਕਾਜ ਬਨ ਆਇਓ, ਸੁਨ ਪ੍ਰਿਥੀਆ ਮਨ ਮਹਿ ਹਰ ਖਾਇਓ। ਗਮਨੋ ਤੁਰਤ, ਤੁਰੰਤ ਹੁਣੇ ਹੀ ਗਮਨੋ ਚੱਲੋ, ਚਾਲਾ ਪਾਓ, ਹੁਣੇ ਤੁਰ ਪਾਓ। ਕਾਜ ਬਣਿਆ ਤੁਹਾਡਾ, ਕਾਜ ਕੰਮ ਬਣ ਆਇਆ, ਬਣ ਗਿਆ ਸਮਝੋ। ਸੁਣ ਕੇ ਪ੍ਰਿਥੀਆ ਮਨ ਵਿੱਚ ਬੜਾ ਖੁਸ਼ ਹੋਇਆ। ਸੂਖਮ ਬਹੁ ਪਾਲਨ ਕੋ ਜਾਮਾ, ਪਹਿਰ ਪਾਗ ਬਾਂਦੀ ਅਵਿਰਾਮਾ। ਤੇ ਪ੍ਰਿਥੀ ਚੰਦ ਦਾ ਸਰੀਰ ਕਾਫੀ ਖੁੱਲਾ ਮੋਟਾ ਪਲਿਆ ਸੀ, ਸੋ ਸੂਖਮ ਬੜਾ ਬਰੀਕ ਜਿਹਾ ਬਹੁਤ ਪੱਲਿਆਂ ਵਾਲਾ ਜਾਮਾ ਇਹਨੇ ਚੋਲਾ ਗਲ ਵਿੱਚ ਪਾ ਲਿਆ ਤੇ ਸਿਰ ਦੇ ਉੱਪਰ ਵੱਡੀ ਸਾਰੀ ਸੋਹਣੀ ਪੱਗ ਬੰਨ੍ਹ ਲਈ। ਪੁਨ ਚੰਦੂ ਕੇ ਦੇ ਬੇਹੇਤ, ਜਿਮ ਸਿਰ ਪਾਓ ਗੁਰੂ ਸਿੱਖ ਦੇਤ। ਫਿਰ ਚੰਦੂ ਨੂੰ ਦੇਣ ਵਾਸਤੇ ਸਰੋਪਾ ਲੈ ਲਿਆ, ਜਿਵੇਂ ਗੁਰੂ ਸਾਹਿਬ ਜੀ ਸਰੋਪਾ ਦਿੰਦੇ ਸਨ ਨਾ। ਪ੍ਰਿਥੀ ਚੰਦ ਵੀ ਉਹ ਭਰਮ ਪਾਲਣ ਲੱਗਾ ਗੁਰੂ ਹੋਣ ਦਾ। ਦੁਸ਼ਟ ਚੰਦੂ ਨੂੰ ਸਰੋਪਾ ਦੇਣ ਵਾਸਤੇ ਭਾਈ ਸਾਹਿਬ ਕਹਿੰਦੇ ਨੇ ਸਰੋਪਾ ਲਿਆ। ਅਧਿਕ ਮੋਲ ਕੀ ਪਾਗ ਮੰਗਾਈ, ਜਰੀ ਸ਼ੋਰ ਦਵੈ ਬਹੁਤ ਲਗਾਈ। ਬੜੇ ਮੁੱਲ ਵਾਲੀ ਇੱਕ ਪੱਗ ਮੰਗਵਾਈ, ਜਿਸ ਪੱਗ ਦੇ ਦੋਵਾਂ ਲੜਾਂ ਤੇ ਦੋਵਾਂ ਪੱਲਿਆਂ ਤੇ ਜਰੀ ਲੱਗੀ ਸੀ। ਜਰੀ ਸੋਨੇ ਦੀਆਂ ਤਾਰਾਂ ਨੂੰ ਕਹਿੰਦੇ ਨੇ। ਸੋ ਸੋਨੇ ਦੀਆਂ ਤਾਰਾਂ ਜਿਸ ਦਸਤਾਰ ਦੇ ਦੋਵੇਂ ਪਾਸੇ ਉਹ ਲੱਗੀਆਂ ਹੋਈਆਂ ਸਨ, ਤੋਪੇ ਲੱਗੇ ਹੋਏ ਸਨ, ਕਢਾਈ ਹੋਈ ਸੀ, ਉਹ ਦਸਤਾਰ ਜਿਹੜੀ ਸੀ ਉਹ ਲੈ ਲਏ। ਤੈਸੇ ਲਿਓ ਦੁਕੂਲ ਅਸ਼ੀਰਾ, ਤਿਸ ਹਿਤ ਖਰਚਿਓ ਮੋਲ ਬਡੇਰਾ। ਇਸੇ ਤਰ੍ਹਾਂ ਇੱਕ ਦਕੂਲ ਹੁੰਦਾ ਦੁਪੱਟਾ ਹਜੂਰੀਆ, ਗਲ ਵਿੱਚ ਪਾਉਣ ਵਾਸਤੇ ਇੱਕ ਦੁਪੱਟਾ ਹਜੂਰੀਆ ਲੈ ਲਿਆ। ਅਸ਼ੇਰਾ ਜਿਹੜਾ ਬੜਾ ਅੱਛਾ ਸੀ, ਬਹੁਤ ਸਾਰਾ ਮੁੱਲ ਖਰਚ ਕੇ, ਬਹੁਤਾ ਪੈਸਾ ਖਰਚ ਕੇ ਉਹ ਦੁਪੱਟਾ ਜਿਹੜਾ ਸੀ ਹਜੂਰੀਆ ਮੰਗਵਾਇਆ। ਦਾਸ ਪਾਸ ਤੇ ਸੋ ਉਚਵਾਏ, ਅਪਰ ਬਸਤਰ ਤੇ ਲੀਨ ਦੁਰਾਏ। ਆਪਣੇ ਦਾਸ ਸੇਵਾਦਾਰ ਦੇ ਕੋਲੋਂ ਉਹ ਦੋਵੇਂ ਚਾਰੇ ਵਸਤੂਆਂ ਚੁਕਵਾ ਲੀਆਂ, ਜਿਹੜੀਆਂ ਜਾ ਕਰਕੇ ਦੁਸ਼ਟ ਚੰਦੂ ਨੂੰ ਦੇਣੀਆਂ ਸੀ ਸਰੋਪੇ ਵਜੋਂ। ਉਹ ਚੁਕਵਾ ਕੇ ਤੇ ਅਪਰ ਬਸਤਰ ਤੇ ਲੀਨ ਦੁਰਾਏ। ਹੋਰ ਇੱਕ ਕੱਪੜਾ ਲੈ ਕੇ ਉੱਪਰ ਉਸ ਕੱਪੜੇ ਦੇ ਨਾਲ ਦੁਰਾਏ ਹੁੰਦਾ ਛੁਪਾ ਲੈਣੀਆਂ, ਲੁਕਾ ਲੈਣੀਆਂ। ਕਿਉਂਕਿ ਪ੍ਰਿਥੀ ਚੰਦ ਨੇ ਛਲ ਫਰੇਬ ਕਰਕੇ ਇਹ ਸਾਰੀ ਧਨ ਵਿਭੂਤੀ ਇਕੱਠੀ ਕੀਤੀ ਸੀ। ਜੋ ਮਾਇਆ ਭੇਟਾ ਗੁਰੂ ਰਾਮਦਾਸ ਅੱਗੇ ਮੱਥਾ ਟੇਕਦੀ ਸੀ ਸੰਗਤ, ਉਹ ਪ੍ਰਿਥੀ ਚੰਦ ਹੀ ਸਾਂਭਦਾ ਸੀ। ਉਹ ਮਾਇਆ ਨੇ ਕਾਫੀ ਜਮ੍ਹਾਂ ਕੀਤੀ ਸੀ ਤੇ ਉਹ ਇਹੋ ਜਿਹੇ ਪੁੱਠੇ ਕੰਮਾਂ ਵਿੱਚ ਉਹ ਮਾਇਆ ਖਰਚਦਾ ਹੈ। ਤਾਈਏ ਸਿਆਣੇ ਕਹਿੰਦੇ ਨੇ ਕਿ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਾਜ, ਉਹ ਗਾਜ ਨਹੀਂ ਲੱਭਦੇ ਫਿਰਦੇ ਤੇ ਉਹ ਡਾਂਗਾਂ ਹੀ ਮਿਣਦੇ ਹਨ। ਤੇ ਪ੍ਰਿਥੀ ਚੰਦ ਦੀ ਹਾਲਤ ਵੀ ਇਹੋ ਜਿਹੀ ਹੈ। ਸੋ ਬੜਾ ਪੈਸਾ ਨੇ ਖਰਚ ਦਿੱਤਾ, ਉਹ ਕੱਪੜੇ ਲੀੜੇ ਬਸਤਰ ਲੈ ਕੇ ਸਰੋਪਾ ਦੇਣ ਵਜੋਂ ਦੁਸ਼ਟ ਚੰਦੂ ਨੂੰ, ਤੇ ਲੈ ਕਰਕੇ ਭਾਈ ਸਾਹਿਬ ਕਿਤੇ ਲੁਕਾ ਕੇ ਲੈ ਕੇ ਚੱਲਿਆ ਕਿ ਕੱਪੜੇ ਨਾਲ ਉਹ ਸਾਰਾ ਕੁਝ ਲੁਕਾ ਕਰਕੇ ਤੇ ਚੱਲ ਪਿਆ। ਕਛੁਕ ਸੰਗ ਨਰ ਪਹੁੰਚਿਓ ਜਾਈ,
ਆਵਤ ਹੈ ਸੁਧ ਅਗਰ ਪਠਾਈ। ਕੁਛ ਕੁ ਸੰਗੀ ਸਾਥੀ ਇਹਨੇ ਆਪਣੇ ਨਾਲ ਲੈ ਲੈ, ਟੁਕੜ ਬੋ ਜਿਨ੍ਹਾਂ ਨੂੰ ਪੱਠੇ ਪਾਏ ਪਹਾੜਾ ਦਿੱਤਾ ਸੀ ਨਾ, ਸੋ ਨਾਲ ਲੈ ਲੈ। ਵੱਡੀ ਖੋਰ ਲੋਕ ਜਿਹੜੇ ਸਨ ਉਹ ਵੀ ਆਪਣੇ ਵੱਲ ਕਰਕੇ ਨਾਲ ਲੈ ਲੈ, ਤੇ ਆਪਣੇ ਆਉਣ ਦੀ ਪਹਿਲਾਂ ਸੁੱਧ ਖਬਰ ਦਿੱਤੀ। ਆਵਤ ਹੈ ਉਹਨਾਂ ਜਾ ਕੇ ਅੱਗੋਂ ਦੱਸਿਆ ਦੁਸ਼ਟ ਚੰਦੂ ਨੂੰ ਕਿ ਦੀਵਾਨ ਜੀ ਪਿਰਥੀ ਚੰਦ ਜੀ ਆ ਰਹੇ ਹਨ, ਸੁੱਧ ਅਗਰ ਪਠਾਈ। ਇਸ ਤਰ੍ਹਾਂ ਆਪਣੇ ਆਉਣ ਦੀ ਜਿਹੜੀ ਸੁੱਧ ਖਬਰ ਸੀ ਨਾ ਉਹ ਪਹਿਲਾਂ ਹੀ ਭੇਜ ਦਿੱਤੀ। ਖਰੋ ਭਇਓ ਚੰਦੂ ਜਬ ਹੀਰਾ, ਮਿਲੇ ਭੁਜਨ ਭਰ ਜੁਗ ਤਿਸ ਬੀਰਾ। ਜਦੋਂ ਹੀ ਇਹ ਪਿਰਥੀ ਚੰਦ ਚੱਲਦਾ ਚੱਲਦਾ ਚੰਦੂ ਦੀਆਂ ਬਰੂਹਾਂ ਲੰਘਿਆ ਨਾ, ਉਹਦੇ ਘਰ ਦਾ ਦਰਵਾਜ਼ਾ ਲੰਘਿਆ, ਅੱਗੋਂ ਪਿਰਥੀ ਚੰਦ ਨੂੰ ਵੇਖ ਕੇ ਚੰਦੂ ਜਿਹੜਾ ਸੀ ਉੱਠ ਕੇ ਖਲੋ ਗਿਆ ਅਦਬ ਕਰਨ ਵਾਸਤੇ। ਜਬ ਹੇਰਾ ਜਦੋਂ ਵੇਖਿਆ ਤੇ ਅੱਗੋਂ ਉੱਠ ਕੇ ਖਲੋ ਗਿਆ, ਖਲੋਤਾ ਹੈ। ਮਿਲੇ ਭੁਜਨ ਪਰ ਜੁਗ ਤਿਸ ਬੇਰਾ, ਇਸ ਤਰ੍ਹਾਂ ਮਿਲੇ ਜਿਵੇਂ ਚਿਰਾਂ ਦੇ ਵਿਛੜੇ ਹੋਏ ਹੋਣ। ਮਿਲੇ ਭੁਜਨ ਪਰ ਬਾਹਾਂ ਭਰ ਕੇ ਜੱਫੀ ਪਾ ਕੇ ਇੱਕ ਦੂਸਰੇ ਨੂੰ ਗਲਵੱਕੜੀ ਵਿੱਚ ਲੈ ਕੇ ਘੁੱਟ ਕੇ ਜੱਫੀ ਪਾ ਕੇ ਦੋਵੇਂ ਜਾਣੇ ਆਪਸ ਵਿੱਚ ਮਿਲੇ। ਪੁਨ ਬੈਠੀ ਇੱਕ ਆਸਨ ਦੋ, ਦੇਖ ਪਰਸ ਪਰ ਹਰਖਤ ਸੋ। ਫਿਰ ਦੋਵੇਂ ਜਾਣੇ ਇੱਕੋ ਹੀ ਆਸਨ ਤੇ ਬੈਠ ਕੇ, ਜ਼ਿਆਦਾ ਪਿਆਰ ਹੋਵੇ ਨਾ, ਜ਼ਿਆਦਾ ਪਿਆਰ ਜਤਾਉਣਾ ਹੋਵੇ ਤੇ ਫਿਰ ਇਸ ਤਰ੍ਹਾਂ ਬੰਦੇ ਕਰਨਗੇ ਦੂਰ, ਭਾਵੇਂ ਨੇੜੇ ਕੁਰਸੀ ਤੇ ਬੈਠਾ ਹੋਵੇ ਨਾ, ਦੂਜਾ ਕਹੇ ਨਹੀਂ ਇੱਥੇ ਲਾਗੇ ਮੇਰੇ ਹੋ ਕੇ ਬਹਿ, ਮੇਰੇ ਨਾਲ ਜੁੜ ਕੇ ਬਹਿ। ਇਹੋ ਜਿਹਾ ਪਖੰਡ ਕਈਆਂ ਨੂੰ ਬੜਾ ਹੁੰਦਾ। ਪਿਆਰ ਰੂਹ ਦਾ ਸੌਦਾ ਹੁੰਦਾ, ਸਰੀਰਾਂ ਦਾ ਪਿਆਰ ਮੁਥਾਜ ਨਹੀਂ ਹੁੰਦਾ। ਪਰ ਇਹੋ ਜਿਹੇ ਬੰਦੇ ਜਿਹੜੇ ਨਾ ਉਹ ਸਰੀਰਾਂ ਦੀ ਖਿੱਚ ਕਰਦੇ ਕਿ ਸਰੀਰ ਲਾਗੇ ਹੋਵੇ ਸਹੀ, ਕਿਉਂਕਿ ਸਰੀਰ ਲਾਗੇ ਹੋਇਆ ਤੇ ਫਿਰ ਹੀ ਕਿਸੇ ਦੇ ਕੱਪੜੇ ਤੋਂ ਬਣ ਗਏ ਨਾ, ਫਲਾਨਾ ਬੰਦਾ ਬੜਾ ਮਾੜਾ ਜੇ, ਫਲਾਨਾ ਆਏ ਜੇ ਤੇ ਫਲਾਨਾ ਹੋ ਜੇ, ਫਿਰ ਹੀ ਧੋਬੀ ਵਾਲਾ ਪਟਕਾ ਵੱਜਦਾ, ਫਿਰ ਹੀ ਥਾਪਾ ਪੈਂਦਾ, ਫਿਰ ਹੀ ਪਾਪਾਂ ਦੀ ਮੈਲ ਬੰਦਾ ਇਕੱਠੀ ਕਰਦਾ। ਦੂਰ ਦੂਰ ਹੋਣ ਤੇ ਬਚਾ ਰਹਿੰਦਾ ਹੈ, ਗੱਲ ਨਾ ਸੁਣਾਈ ਦਵੇ, ਪਰ ਜਦੋਂ ਇਕੱਠੇ ਹੋ ਗਏ ਉਦੋਂ ਹੀ ਬਖਤੋਈ ਸ਼ੁਰੂ। ਸੋ ਕਹਿਣ ਲੱਗੇ ਭਾਈ ਸਾਹਿਬ ਕਹਿੰਦੇ ਇੱਕੇ ਮੰਜੇ ਤੇ ਇੱਕੇ ਹੀ ਆਸਨ ਤੇ ਦੋਵੇਂ ਬੈਠ ਗਏ ਤੇ ਇੱਕ ਦੂਜੇ ਨੂੰ ਵੇਖ ਕੇ ਨਾ ਚੋਰ ਜੀ ਅੱਖ ਦੇ ਨਾਲ ਤੇ ਬੜੇ ਖੁਸ਼ ਹੋਏ, ਬੜੇ ਖੁਸ਼ੀ ਦੇ ਨਾਲ ਭਰ ਗਏ। ਪ੍ਰਥਮ ਪ੍ਰਿਥੀਏ ਪ੍ਰਿਥਕ ਕਰਨ ਕੀ, ਕਹੀ ਬਾਰਤਾ ਜਥਾ ਗੁਰਨ ਕੀ। ਤੇ ਪਹਿਲਾਂ ਪਿਰਥੀ ਚੰਦ ਨੇ ਆਪਣਾ ਰੋਣਾ ਧੋਣਾ ਸ਼ੁਰੂ ਕਰ ਲਿਆ। ਜੋ ਵੀ ਸਾਰੀ ਗੱਲਬਾਤ ਸੀ ਨਾ ਸਿਰੇ ਤੋਂ ਲੈ ਕੇ ਸਾਰੀ ਸੁਣਾਉਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਦਾ ਬਚਨ ਹੈ, ਜੇ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਤੁਹਾਡੇ ਮਨ ਨੂੰ ਕੋਈ ਪੀੜਾ ਦੁੱਖ ਤਕਲੀਫ ਹੈ, ਗੁਰੂ ਅੱਗੇ ਅਰਦਾਸ ਕਰੋ। ਗੁਰੂ ਅਰਦਾਸ ਸੁਣ ਕੇ ਤੁਹਾਡਾ ਮਜ਼ਾਕ ਨਹੀਂ ਉਡਾਵੇਗਾ, ਸਗੋਂ ਤੁਹਾਡਾ ਮਸਲਾ ਸੋਲਵ ਕਰ ਦੇਗਾ, ਹੱਲ ਕਰ ਦੇਗਾ, ਦੁੱਖ ਚ ਮੁਕਾ ਕੇ ਸੁੱਖ ਦੇ ਦੇਗਾ। ਕਿਸੇ ਦੂਜੇ ਅੱਗੇ ਦੁੱਖ ਰੋਵੋਗੇ, ਆਪਣਾ ਢਿੱਡ ਫੁੱਲੋਗੇ, ਉਹ ਬਖਤੋਈ ਕਰੇਗਾ, ਤੁਹਾਡਾ ਦੁੱਖ ਤਾਂ ਨਹੀਂ ਮੁਕਾ ਸਕੇਗਾ, ਸਗੋਂ ਉਲਟਾ ਨਿੰਦਕ ਬਣੇਗਾ। ਹੁਣ ਪਿਰਥੀ ਚੰਦ ਸਮਝਦਾ ਕਿ ਸ਼ਾਇਦ ਮੇਰਾ ਇਹ ਦੁੱਖ ਸੁਣ ਕੇ ਤੇ ਚੰਦੂ ਜਿਹੜਾ ਮੇਰਾ ਦੁੱਖ ਦੂਰ ਕਰ ਦੇਗਾ। ਪ੍ਰਥਮ ਪ੍ਰਿਥੀਏ ਪ੍ਰਿਥਕ ਕਰਨ ਕੀ, ਕਹੀ ਬਾਰਥਾ ਜਥਾ ਗੁਰਨ ਕੀ। ਪਹਿਲਾਂ ਆਪਣੇ ਨਾਲ ਜੋ ਹੋਈ ਬੀਤੀ ਸੀ ਨਾ, ਭਾਈ ਸਾਹਿਬ ਕਹਿੰਦੇ ਉਹ ਸਾਰੇ ਗੁਰੂ ਰਾਮਦਾਸ ਪਾਤਸ਼ਾਹ ਤੋਂ ਲੈ ਕੇ ਨੇ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਜੇਸ਼ਟ ਸੁਤ ਬੈਠੋ ਰਹਿਓ, ਮਲ ਚਲਤੀ ਗੁਰਤਾ ਪਦ ਲਹਿ। ਮੈਂ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਸੀ, ਮੈਂ ਖਾਲੀ ਬੈਠਾ ਰਹਿ ਗਿਆ ਤੇ ਵਲ ਛਲ ਕਰਕੇ ਤੇ ਮੇਰਾ ਛੋਟਾ ਭਰਾ ਗੁਰਤਾ ਗੱਦੀ ਦਾ ਪਦ ਹਾਸਲ ਕਰ ਗਿਆ। ਗੁਰਤਾ ਗੱਦੀ ਦਾ ਮੁਰਾਤਬਾ ਮੇਰੇ ਛੋਟੇ ਭਾਈ ਨੇ ਲੈ ਲਿਆ। ਉਤੇ ਨਾਨਕੇ ਗੋਇੰਦਵਾਲ, ਤਿਨ ਕੋ ਪੱਖੀ ਕੀਨ ਵਿਸਾਲ। ਪਿਰਥੀ ਚੰਦ ਨੇ ਨਾਨਕਿਆਂ ਤੱਕ ਕੱਪੜੇ ਧੋ ਸੁੱਟੇ। ਤਾਈਏ ਬਾਬਾ ਕਬੀਰ ਸਾਹਿਬ ਨੇ ਕਿਹਾ ਕਿ ਨਿੰਦਕ ਹਮਰੇ ਕੱਪੜੇ ਧੋਏ। ਨਿੰਦਾ ਕਰਨ ਵਾਲਾ ਬੰਦਾ ਕੱਪੜੇ ਧੋਂਦਾ, ਮੈਲ ਇਕੱਠੀ ਕਰਦਾ ਹੈ। ਨਾਨਕਿਆਂ ਤੱਕ ਵੀ ਨਾ ਬਖਸ਼ਿਆ, ਕਹਿਣ ਲੱਗਾ ਮੇਰੇ ਜਿਹੜੇ ਨਾਨਕੇ ਸਨ ਨਾ ਉਹ ਵੀ ਮੇਰੇ ਭਰਾ ਦੇ ਪੱਖੀ ਬਣ ਗਏ, ਉਹਨਾਂ ਵੀ ਮੇਰੇ ਭਰਾ ਦੀ ਹੀ ਮਦਦ ਕੀਤੀ। ਤੇ ਉਹਨਾਂ ਨਾਨਕਿਆਂ ਦੇ ਵਿੱਚੋਂ ਕਹਿੰਦੇ ਇੱਕ ਵਿਅਕਤੀ ਹੋਰ ਸੁਣੋ। ਇੱਕ ਭੱਲਾ ਤਹਿ ਤੇ ਗੁਰਦਾਸ,
ਸੋ ਲੇ ਸੰਗਤ ਤਿਸ ਪਾਸ। ਮੇਰੇ ਨਾਨਕਿਆਂ ਦੇ ਵਿੱਚੋਂ ਹੀ ਸਾਡਾ ਮਾਮਾ ਲੱਗਦਾ ਹੈ ਭਾਈ ਗੁਰਦਾਸ। ਉਹ ਭਾਈ ਗੁਰਦਾਸ ਸੰਗਤ ਨੂੰ ਨਾਲ ਲੈ ਲੈ ਕਰਕੇ ਤੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਪਾਸ ਕੋਲ ਜਾ ਕਰਕੇ ਕਰੇ ਮਿਲਾਵਨ ਧਨ ਅਰ ਪਾਵੈ, ਕਹਿ ਮਹਿਮਾ ਅਧਿਕ ਵਧਾਵੇ। ਉਹ ਸੰਗਤਾਂ ਨੂੰ ਜਾ ਕੇ ਮੇਰੇ ਛੋਟੇ ਭਰਾ ਗੁਰੂ ਅਰਜਨ ਦੇਵ ਨਾਲ ਮਿਲਾਉਂਦਾ ਹੈ ਤੇ ਪੈਸੇ ਉਹਨਾਂ ਨੂੰ ਅਰਪਣ ਕਰਵਾ ਦਿੰਦਾ ਹੈ, ਭੇਟਾ ਉਹਨਾਂ ਨੂੰ ਦਵਾ ਦਿੰਦਾ ਹੈ ਤੇ ਮੇਰੇ ਛੋਟੇ ਭਰਾ ਦੀ ਮਹਿਮਾ ਕਹਿ ਕਰਕੇ ਤੇ ਅਧਿਕ ਵਧਾਵੇ, ਉਹਨਾਂ ਨੂੰ ਬੜਾ ਵਧਾ ਰਿਹਾ ਹੈ, ਉਹਨਾਂ ਦੀ ਮਹਿਮਾ ਫੈਲਾ ਰਿਹਾ ਹੈ। ਦੇਸ਼ ਵਿਦੇਸ਼ਨ ਮੈਂ ਪ੍ਰਗਟਾਇਓ, ਧਨੀ ਹੋਏ ਕਰ ਗਰਭ ਵਡਾਇਓ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨੇ ਮੇਰੇ ਭਰਾ ਨੂੰ ਬੜਾ ਪ੍ਰਗਟ ਕਰ ਦਿੱਤਾ ਹੈ ਤੇ ਮੇਰਾ ਭਰਾ ਬੜਾ ਧਨੀ ਅਮੀਰ ਹੋ ਗਿਆ, ਜਿਸ ਕਰਕੇ ਉਹਨੇ ਗਰਭ ਵਡਾਇਓ, ਬੜਾ ਹੰਕਾਰ ਵਧਾ ਲਿਆ ਹੈ। ਤੋਹਮਤ ਮੋਏ ਤੂਫਾਨ ਕੀ ਲਾਏ, ਪਿਤਪੁਰ ਬਸਤ ਹੁਤੇ ਨਿਕਸਾਏ। ਮੇਰੇ ਉੱਪਰ ਉਹਨਾਂ ਨੇ ਤੂਫਾਨ ਦੀ ਤੋਹਮਤ ਇਲਜ਼ਾਮ ਲਾ ਦਿੱਤਾ ਤੇ ਮੈਂ ਆਪਣੇ ਪਿਓ ਦੀ ਨਗਰੀ ਵਿੱਚ ਵਸਦਾ ਸੀ ਤੇ ਮੈਨੂੰ ਉੱਥੋਂ ਉਹਨਾਂ ਨੇ ਜ਼ਬਰਦਸਤੀ ਕੱਢ ਦਿੱਤਾ, ਕਢਵਾ ਦਿੱਤਾ। ਸੁਲਹੀ ਹੁਤੋ ਸਹਾਇਕ ਮੇਰਾ, ਮਰਿਓ ਅਚਾਨਕ ਦੁਖਦ ਬਡੇਰਾ। ਸੁਲਹੀ ਖਾਂ ਇੱਕ ਮੇਰਾ ਬੜਾ ਪਿਆਰਾ ਮਿੱਤਰ ਸੀ, ਅਚਾਨਕ ਭਾਣਾ ਵਰਤਿਆ ਤੇ ਉਹ ਵੀ ਮਰ ਗਿਆ, ਜਿਸ ਕਰਕੇ ਮੈਨੂੰ ਬੜਾ ਦੁੱਖ ਹੋਇਆ। ਅਬ ਅਲੰਬ ਮੈਂ ਗਹਿਓ ਤੁਹਾਰੋ, ਬਹਿ ਬਾਹਾਂ ਗਹੇ ਕੀ ਲਾਜ ਵਿਚਾਰੋ। ਹੁਣ ਮੈਂ ਤੁਹਾਡਾ ਅਲੰਬ ਹੁੰਦਾ ਆਸਰਾ, ਤੁਹਾਡਾ ਆਸਰਾ ਗਹਿਓ ਫੜਿਆ ਹੈ ਤੇ ਤੁਸੀਂ ਕੀ ਕਰੋ, ਬਾਹਾਂ ਗਹਿ ਕੀ ਲਾਜ ਬਾਜ਼ਾਰ ਵਿਚਾਰੋ। ਤੁਸੀਂ ਮੇਰੀ ਬਾਂਹ ਫੜੀ ਹੈ ਤੇ ਬਾਂਹ ਫੜੀ ਹੋਈ ਦੀ ਲਾਜ ਵਿਚਾਰ ਨਾ ਕਰੋ, ਸ਼ਰਮ ਬਾਰੇ ਸੋਚਣਾ ਕਰੋ। ਸੁਤ ਜੁਤ ਹਤੋ ਕੇ ਕੈਦ ਕਰੀਜੈ, ਨਾਤਾ ਫੇਰਨ ਕੋ ਫਲ ਦੀਜੈ। ਤੁਸੀਂ ਮੇਰੇ ਭਰਾ ਨੂੰ ਪੁੱਤਰ ਦੇ ਸਮੇਤ ਹੀ ਮਾਰ ਦਵੋ, ਖਤਮ ਕਰ ਦਵੋ, ਜਾਂ ਫਿਰ ਕੈਦ ਵਿੱਚ ਸੁੱਟ ਦਵੋ। ਜੋ ਉਹਨਾਂ ਤੁਹਾਡਾ ਨਾਤਾ ਰਿਸ਼ਤਾ ਫੇਰਿਆ ਮੋੜਿਆ ਨਾ, ਉਹਦਾ ਫਲ ਉਹਨਾਂ ਨੂੰ ਦੇਣਾ ਕਰੋ। ਗੁਰਤਾ ਗਾਦੀ ਮੈਂ ਅਧਿਕਾਰੀ, ਮੋਹਿ ਦਿਵਾਵੋ ਕਰਨਾ ਸਾਧਾਰੀ। ਗੁਰਤਾ ਗੱਦੀ ਦਾ ਅਧਿਕਾਰੀ ਹੱਕਦਾਰ ਮੈਂ ਹਾਂ ਤੇ ਕਰਨਾ ਧਾਰੀ, ਕਿਰਪਾ ਧਾਰ ਕੇ ਉਹ ਗੁਰਤਾ ਗੱਦੀ ਮੈਨੂੰ ਦਿਵਾਉਣਾ ਕਰੋ। ਸੁਨ ਚੰਦੂ ਨਹਿ ਧੀਰਜ ਦੀਨ, ਅਬ ਨਾ ਚਿੰਤ ਕਰ ਚੀਤ ਮਲੀਨ। ਤੇ ਚੰਦੂ ਨੇ ਸੁਣ ਕੇ ਭਾਈ ਸਾਹਿਬ ਕਹਿੰਦੇ ਹੌਸਲਾ ਦਿੱਤਾ, ਧੀਰਜ ਦਿੱਤਾ, ਮਿੱਤਰਾ ਹੁਣ ਨਾ ਤੂੰ ਚਿੰਤਾ ਕਰ, ਹੁਣ ਤੂੰ ਮੇਰੇ ਕੋਲ ਆ ਗਿਆ ਹਾਂ ਤੇ ਮੈਂ ਤੇਰੀ ਸਹਾਇਤਾ ਹਰ ਤਰ੍ਹਾਂ ਨਾਲ ਕਰਨੀ ਹੈ। ਅਬ ਨਾ ਚਿੰਤ ਕਰ ਚਿਤ ਮਲੀਨ, ਹੁਣ ਤੂੰ ਚਿੰਤਾ ਦੇ ਨਾਲ ਆਪਣੇ ਮਨ ਨੂੰ ਮੈਲਾ ਨਾ ਕਰ, ਹੁਣ ਤੂੰ ਫਿਕਰ ਨਾ ਕਰ। ਚਿੰਤਾ ਮਨ ਨੂੰ ਮੈਲਾ ਕਰਦੀ, ਦੁਖੀ ਕਰਦੀ ਹੈ। ਹੁਣ ਤੂੰ ਚਿੰਤਾ ਤੇ ਫਿਕਰ ਨਾ ਕਰ, ਹੁਣ ਤੂੰ ਮੇਰੇ ਕੋਲ ਆ ਗਿਆ ਹੈ। ਚੰਦੂ ਨੇ ਫਿਰ ਆਪਣਾ ਢਿੱਡ ਫੋਲਿਆ ਅੱਗੋਂ, ਉਹਨੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਿੰਦਾ ਸ਼ੁਰੂ ਕੀਤੀ ਹੈ। ਤੂੰ ਮੈਨੂੰ ਮੁੱਲਾ ਆਖ, ਮੈਂ ਤੈਨੂੰ ਕਾਜੀ ਕਹਿਣਾ ਵਾਲੀ ਗੱਲ। ਦੋਵਾਂ ਨੇ ਫਿਰ ਇੱਕ ਦੂਜੇ ਦੀ ਤਾਰੀਫ ਕਰਦਿਆਂ ਹੋਇਆਂ ਸਤਿਗੁਰੂ ਅਰਜਨ ਦੇ ਪਾਤਸ਼ਾਹ ਦੇ ਵਿਰੁੱਧ ਭੈੜੀਆਂ ਗੋਂਦਾਂ ਗੁੰਦੀਆਂ। ਸੋ ਕੁਟਲ ਨੀਤੀ ਭੈੜੀਆਂ ਚਾਲਾਂ ਚੱਲਦਿਆਂ ਹੋਇਆਂ ਭੈੜੇ ਮਨਸੂਬੇ ਬਣਾਏ ਗਏ। ਭਾਈ ਸਾਹਿਬ ਜੀ ਅੱਗੇ ਸੁਣਾਉਣਗੇ, ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਪਾਤਸ਼ਾਹ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ। ਅੰਤਲੀਆਂ ਪੰਕਤੀਆਂ ਪੜ੍ਹ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਗੁਰਤਾ ਗਾਦੀ ਮੈਂ ਅਧਿਕਾਰੀ, ਮੋਹਿ ਦਿਵਾਵੋ ਕਰਨਾ ਧਾਰੀ। ਸੁਨ ਚੰਦੂ ਨੈ ਧੀਰਜ ਦੀਨ, ਅਬ ਨਾ ਚਿੰਤ ਕਰ ਚੀਤ ਮਲੀਨ। ਵਾਹਿਗੁਰੂ
ਗੁਰੂ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਾਰ ਹਾਰੇ ਹੈ ਪੀ ਹੋਵਨ ਹਾਰ ਹੈ ਸੰਤ ਕੈ ਸਦਾ ਸੰਗ ਨਿਦਾਰ ਆਧਾਰ ਹੈ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਾਰ ਮਾਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਾਰ
ਸੇਵਾ ਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਾਰ ਸੇਵਾ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।